ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ ਹੈ ਬੇਟੇ, ਹੁਣ 15 ਅਕਤੂਬਰ ਨੂੰ ਆਉਣ ਵਾਲਾ ਆਪਣਾ ਪੰਜਾਬ ਪੁਲਿਸ ਦਾ ਪੇਪਰ, ਸਬ ਇੰਸਪੈਕਟਰ ਦਾ, ਉਸ ਤੋਂ ਬਾਅਦ ਫਿਰ ਹੈੱਡ ਕਾਂਸਟੇਬਲ ਐਂਡ ਇੰਟੈਲੀਜੈਂਟ ਅਸਿਸਟੈਂਟ ਦਾ। ਉਹਦੇ ਵਾਸਤੇ ਆਪਾਂ ਇੱਕ ਸੀਰੀਜ਼ ਸਟਾਰਟ ਕੀਤੀ ਸੀਗੀ, ਕੁਝ ਸ਼ਡਿਊਲ ਬਿਜੀ ਹੋਣ ਕਰਕੇ ਉਹ ਸੀਰੀਜ਼ ਵਿੱਚ ਰੋਕ ਦਿੱਤੀ ਗਈ ਸੀਗੀ। ਬਟ ਹੁਣ ਦੁਬਾਰਾ ਸੀਰੀਜ਼ ਸਟਾਰਟ ਹੋ ਰਹੀ ਹੈ ਰਾਜੇ। ਕਾਫੀ ਡਿਮਾਂਡ ਸੀਗੀ, ਕਾਫੀ ਬੱਚਿਆਂ ਦੀ ਮੈਸੇਜ ਆਏ। PYQ ਸੀਰੀਜ਼ ਜਿਹੜੀ ਆਪਾਂ ਪੁਰਾਣੇ ਪੇਪਰ ਸੋਲਵ ਕਰ ਰਹੇ ਹਾਂ ਸਬ ਇੰਸਪੈਕਟਰ ਦੇ, ਹੈੱਡ ਕਾਂਸਟੇਬਲ ਦੇ ਤੇ ਇੰਟੈਲੀਜੈਂਸ ਅਸਿਸਟੈਂਟ ਦੇ, ਉਹਦੇ ਵਿੱਚ ਆਪਾਂ ਨੈਕਸਟ ਵੀਡੀਓ ਲੈ ਕੇ ਆਏ ਰਾਜੇ। ਪਾਰਟ ਨੰਬਰ 3 ਹੈ, ਕਿਉਂਕਿ 2 ਪਾਰਟ ਮੈਂ ਪਹਿਲਾਂ ਕਰਵਾ ਚੁੱਕਿਆ। ਠੀਕ ਹੈ, ਪਾਰਟ 1 ਐਂਡ 2 ਮੈਂ ਪਹਿਲਾਂ ਕਰਵਾ ਚੁੱਕਿਆ ਤੇ ਪਾਰਟ 3 ਹੈ। ਇਹ ਆਪਾਂ ਸੀਰੀਜ਼ ਕੀਤੀ ਸੀਗੀ ਸਟਾਰਟ ਮਿਸ਼ਨ ਸਰਕਾਰੀ ਨੌਕਰੀ। ਤਾਂ ਇਹਦੇ ਸੀਰੀਜ਼ ਸਟਾਰਟ ਕਰਨ ਦਾ ਮੇਨ ਮਕਸਦ ਇਹੀ ਸੀਗਾ ਬੇਟੇ, ਵੱਧ ਤੋਂ ਵੱਧ ਬੱਚਿਆਂ ਨੂੰ ਕੀ ਮਿਲੇ, ਇਸ ਸਾਲ ਸਰਕਾਰੀ ਨੌਕਰੀ ਮਿਲੇ, ਉਹਨਾਂ ਦੇ ਡ੍ਰੀਮ ਪੂਰੇ ਹੋਣ। ਤਾਂ ਜੇ ਤੁਹਾਨੂੰ ਇਹ ਵਧੀਆ ਲੱਗੂਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਬੱਚੇ ਨਵੇਂ ਨੇ। ਤਾਂ ਸਟਾਰਟ ਕਰਦੇ ਆ ਰਾਜੇ। ਕਿਉਂਕਿ TCS ਪਾਉਂਦੀ ਥੋੜਾ ਜਿਹਾ ਟੇਢਾ ਕੰਪਿਊਟਰ, ਉਹਨੂੰ ਕਰਨ ਵਾਸਤੇ ਤੁਹਾਨੂੰ ਵੀਡੀਓ ਵੀ ਪੜ੍ਹਨੀ ਪਊਗੀ, ਡਾਇਰੈਕਟ PDF ਨਾ ਪੜਿਓ। ਵੀਡੀਓ ਤੋਂ ਪੜੋਗੇ ਤੁਹਾਨੂੰ ਡੈਫੀਨੇਟਲੀ ਉਹਦਾ ਫਾਇਦਾ ਹੋਊਗਾ। ਚਲੋ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ। ਸਭ ਤੋਂ ਪਹਿਲਾ ਕੁਐਸਚਨ ਆਪਣੀ ਸਕਰੀਨ ਤੇ ਹੈਗਾ ਬੇਟੇ। ਕੁਐਸਚਨ ਕੀ ਹੈ ਦੇਖੋ, ਪੇਪਰ ਬਾਇਲੈਂਗੁਅਲ ਹੀ ਆਊਗਾ, ਬਟ ਟੈਕਨੀਕਲੀ ਅਗਰ ਪੜ੍ਹਨਾ ਤਾਂ ਕੰਪਿਊਟਰ ਨੂੰ ਇੰਗਲਿਸ਼ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਿਓ। ਉਹਦਾ ਕਾਰਨ ਇਹੀ ਹੈ, ਥੋੜਾ ਜਿਹਾ ਡਿਫਿਕਲਟੀ ਲੈਵਲ ਦਾ ਹੁੰਦਾ ਕੰਪਿਊਟਰ, ਉਹਨੂੰ ਜੇ ਇੰਗਲਿਸ਼ ਪੜ੍ਹੋਗੇ ਤਾਂ ਜ਼ਿਆਦਾ ਬੈਟਰ ਰਹੂਗਾ। ਮੈਂ ਵੈਸੇ ਬੋਲ ਕੇ ਦੱਸ ਦੂੰਗਾ, ਪੰਜਾਬੀ ਵਿੱਚ ਵੀ ਮੀਨਿੰਗ ਦੱਸ ਦੂੰਗਾ। ਕਹਿੰਦਾ ਜੀ ਮੈਸੇਜ ਡਿਗੈਸਟ ਇਜ਼ ਦਾ ਡੈਸ਼ ਬਿਟ ਹੈਸ਼ ਫੰਕਸ਼ਨ which gives the confidence about veracity of the transmitted file। ਕਹਿਣ ਦਾ ਭਾਵ ਕੀ ਹੈ, ਤੁਹਾਨੂੰ ਮੈਂ ਇੱਕ ਕਰਵਾਇਆ ਹੋਇਆ ਡਾਟਾ, ਜਾਂ ਕ੍ਰਿਪਟੋਗ੍ਰਾਫੀ ਕਹਿ ਸਕਦੇ ਹਾਂ, ਜਾਂ ਡਾਟਾ ਇਨਕ੍ਰਿਪਸ਼ਨ ਕਹਿ ਸਕਦੇ ਹਾਂ ਆਪਾਂ। ਇਨਕ੍ਰਿਪਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਡਾਟਾ ਚੈਨਲ ਦੇ ਵਿੱਚ ਮੂਵ ਕਰਦਾ ਹੈ, ਇੱਕ ਕੰਪਿਊਟਰ ਦੂਜੇ ਕੰਪਿਊਟਰ ਦੇ ਵਿੱਚ, ਜਾਂ ਇੱਕ ਮੋਬਾਈਲ ਤੋਂ ਦੂਜੇ ਮੋਬਾਈਲ ਦੇ ਵਿੱਚ, ਰਸਤੇ ਵਿੱਚ ਚਾਂਸ ਹੁੰਦੇ ਆ ਵੀ ਉਹਨੂੰ ਹੈਕ ਕੀਤਾ ਜਾ ਸਕਦਾ ਹੈ, ਉਹਨੂੰ ਲੀਕ ਕੀਤਾ ਜਾ ਸਕਦਾ ਹੈ, ਉਹਦਾ ਮੈਸੇਜ ਪੜ੍ਹਿਆ ਜਾ ਸਕਦਾ, ਪ੍ਰਾਈਵੇਸੀ ਉਹਦੀ ਭੰਗ ਕੀਤੀ ਜਾ ਸਕਦੀ ਹੈ। ਉਹਨੂੰ ਰੋਕਣ ਵਾਸਤੇ ਹੁੰਦੀ ਹੈ ਕ੍ਰਿਪਟੋਗ੍ਰਾਫੀ। ਠੀਕ ਹੈ, ਆਪਾਂ ਕੀ ਕਰਦੇ ਹਾਂ, ਡਾਟਾ ਨੂੰ ਇਨਕ੍ਰਿਪਟ ਕਰਦੇ ਹਾਂ। ਜਿਵੇਂ ਤੁਸੀਂ ਰੀਜ਼ਨਿੰਗ ਦੇ ਵਿੱਚ ਕਰਦੇ ਹੋ ਨਾ ਕੋਡਿੰਗ ਡੀਕੋਡਿੰਗ। ਸਪੋਜ਼ ਮੈਂ ਇੱਕ ਮੈਸੇਜ ਸੀਗਾ ਹੈਲੋ, ਹੈਲੋ ਨੂੰ ਮੈਂ ਕੋਡ ਕਰਤਾ, ਇਹਨੂੰ 2 ਨਾਲ ਕਰਤਾ, ਇਹਨੂੰ ਹੈਸ਼ ਨਾਲ ਕਰਤਾ, ਇਹਨੂੰ @ ਨਾਲ ਕਰਤਾ, ਇਹਨੂੰ 5 ਨਾਲ ਕਰਤਾ, ਇਹਨੂੰ ਨਾਟ ਇਕੁਅਲ ਨਾਲ ਕਰਤਾ। ਤਾਂ ਕਹਿਣ ਦਾ ਮਤਲਬ ਆਪਾਂ ਨੂੰ ਕੀ ਕਰਤਾ, ਕੋਡਿੰਗ ਵਿੱਚ ਚੇਂਜ ਕਰਤਾ। ਉਹੀ ਕੰਮ ਕੌਣ ਕਰਦਾ ਰਾਜੇ, ਹੈਸ਼ ਫੰਕਸ਼ਨ ਕਰਦੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਇਨਕ੍ਰਿਪਸ਼ਨ ਦੇ ਐਲਗੋਰਿਥਮ ਕਰਦੇ ਨੇ। ਤਾਂ ਹੈਸ਼ ਫੰਕਸ਼ਨ ਬੇਸਿਕਲੀ ਹੁੰਦਾ ਕੀ ਹੈ, ਆਪਣਾ ਜਿਹੜਾ origignal ਮੈਸੇਜ ਹੁੰਦਾ, ਸਪੋਜ਼ ਮੇਰਾ origignal ਮੈਸੇਜ ਸੀਗਾ ਹੈਲੋ, origignal ਮੈਸੇਜ ਸੀਗਾ ਪਲੱਸ ਉਹਦੇ ਵਿੱਚ ਮੈਂ ਕੁਝ ਕੋਡ ਪਾਤਾ। ਕਹਿਣ ਦਾ ਮਤਲਬ ਇਹਨੂੰ ਮੈਂ ਕਨਵਰਟ ਕਰਤਾ। ਜਦੋਂ ਮੈਨੂੰ ਕੋਡ ਚ ਪਾਤਾ ਤਾਂ ਉਹ ਕੀ ਬਣ ਜੂਗਾ ਰਾਜੇ, ਆਪਣਾ ਮੈਸੇਜ ਡਿਗੈਸਟ ਬਣ ਜੂਗਾ। ਕਿ origignal ਜਿਹੜਾ ਟੈਕਸਟ ਹੋਊਗਾ ਉਹਨੂੰ ਆਪਾਂ ਚੇਂਜ ਕਰ ਦਾਂਗੇ ਕਿਸੇ ਕੋਡਿੰਗ ਫਾਰਮ ਦੇ ਵਿੱਚ। ਤੇ ਜਿਹੜਾ ਮੈਸੇਜ ਡਿਗੈਸਟ ਹੁੰਦਾ ਹਮੇਸ਼ਾ ਕੀ ਹੁੰਦਾ ਰਾਜੇ, ਕੰਪਰੈਸਡ ਫਾਈਲ ਹੁੰਦੀ ਹੈ। ਕੀ ਹੁੰਦੀ ਹੈ, ਕੰਪਰੈਸਡ ਫਾਈਲ ਹੁੰਦੀ ਹੈ ਹੈਸ਼ ਫੰਕਸ਼ਨ ਦੇ ਲੱਗਣ ਤੋਂ ਬਾਅਦ। ਹੈਸ਼ ਫੰਕਸ਼ਨ ਦਾ ਮੀਨਿੰਗ ਇਹੀ ਹੁੰਦਾ, ਇੱਥੇ ਆਪਾਂ ਇਹਨੂੰ ਕਨਵਰਟ ਕਰਦੇ ਹਾਂ ਕਿਸੇ ਕੋਡਿੰਗ ਫਾਰਮ ਦੇ ਵਿੱਚ। ਹੁਣ ਉਹਨੇ ਗੱਲ ਕੀ ਪੁੱਛੀ ਆ, ਕੁਐਸਚਨ ਦੇ ਵਿੱਚ ਪੁੱਛ ਕੀ ਰਿਹਾ, ਕੁਐਸਚਨ ਦੇ ਵਿੱਚ ਇਹ ਪੁੱਛ ਰਿਹਾ ਵੀ ਜਿਹੜਾ ਮੈਸੇਜ ਡਿਗੈਸਟ ਹੈ ਉਹ ਕਿੰਨੇ ਲੈਂਥ ਕਿੰਨੀ ਉਹਦੀ। ਤਾਂ ਇਹਦੇ ਵਿੱਚ ਮੈਂ ਪੜਾਇਆ ਹੋਇਆ ਤੁਹਾਨੂੰ ਇੱਕ ਮੈਥਡ ਹੁੰਦਾ M5 ਕਰਕੇ, ਮੈਂ 3-4 ਪੜਾਏ ਹੋਏ ਆ। ਠੀਕ ਹੈ, YouTube ਤੇ ਦੇਖ ਲਿਓ, ਜਿਹੜੇ ਪੇਡ ਕੋਰਸ ਦੇ ਵਿੱਚ ਬੱਚੇ ਹੈਗੇ ਉਹਨਾਂ ਨੇ ਆਲਰੇਡੀ ਪੜਿਆ ਹੋਇਆ, ਫ੍ਰੀ ਵਾਲਿਆਂ ਨੇ ਵੀ ਪੜਿਆ ਹੋਇਆ, ਕੋਈ ਚਿੰਤਾ ਦੀ ਕਰਨ ਦੀ ਗੱਲ ਨਹੀਂ ਹੈਗੀ। ਤਾਂ M5 ਨਾਮ ਦਾ ਹੁੰਦਾ ਉੱਥੇ ਐਲਗੋਰਿਥਮ। ਤਾਂ ਇਹਦੇ ਵਿੱਚ ਡਿਗੈਸਟ ਜਿਹੜਾ ਹੁੰਦਾ ਰਾਜੇ ਉਹ 128 ਬਿਟ ਲੌਂਗ ਹੁੰਦਾ ਹੈ। 128 ਬਿਟ ਕੀ ਹੁੰਦੀ, ਉਹਦੀ ਲੈਂਥ ਹੁੰਦੀ ਹੈ। originally ਉਹ ਹੁੰਦਾ 512 ਬਿਟ ਦਾ। originally ਕਿੰਨਾ ਹੁੰਦਾ, ਉਹ 512 ਬਿਟ ਦਾ ਹੁੰਦਾ, ਬਿਟਸ ਦਾ ਹੁੰਦਾ। ਬਟ ਉਹਨੂੰ ਜਦੋਂ ਆਪਾਂ ਕੰਪਰੈਸ ਕਰਦੇ ਹਾਂ ਹੈਸ਼ ਫੰਕਸ਼ਨ ਦੇ ਥਰੂ ਤਾਂ ਉਹ ਕਿੰਨੇ ਬਣ ਜਾਂਦਾ ਜੀ, 128 ਬਿਟ ਦਾ ਬਣ ਜਾਂਦਾ। ਇਹੀ ਕੁਐਸਚਨ ਪੁੱਛਿਆ ਗਿਆ। ਤਾਂ ਹੁਣ ਡਿਟੇਲ 'ਚ ਪੜ੍ਹਨਾ ਤਾਂ ਗੱਲ ਮੈਂ ਵਾਰ-ਵਾਰ ਉਹੀ ਕਹੂੰਗਾ, ਥਿਓਰੈਟੀਕਲ ਹੀ ਪੜ੍ਹਨਾ ਪਊਗਾ ਅਗਰ ਡਿਟੇਲ 'ਚ ਜਾਣਾ, ਕਿਉਂਕਿ ਇਹ ਤਾਂ ਸਿਰਫ ਪ੍ਰੈਕਟਿਸ ਵਾਸਤੇ ਕਰ ਰਹੇ ਹਾਂ ਆਪਾਂ। ਤੇ ਇਹਦਾ ਆਨਸਰ ਕੀ ਬਣ ਗਿਆ, 128 ਬਿਟਸ ਲੌਂਗ ਮੈਸੇਜ ਡਿਗੈਸਟ ਲੈਂਥ ਹੁੰਦੀ ਉਹਦੀ। ਨੈਕਸਟ ਦੇਖੋ, ਅਗਰ ਮੈਸੇਜ ਡਿਗੈਸਟ ਨਹੀਂ ਕਿਸੇ ਨੂੰ ਪਤਾ ਤਾਂ ਉਹ ਪੜ੍ਹ ਸਕਦੇ ਆ। ਬੇਸਿਕਲੀ ਮੈਸੇਜ ਡਿਗੈਸਟ ਦਾ ਮਤਲਬ ਇਹੀ ਹੈ ਕਿ ਆਪਾਂ ਇੰਟੀਗ੍ਰੇਟ ਕਰਦੇ ਹਾਂ। ਇੰਟੀਗ੍ਰੇਟ ਦਾ ਮਤਲਬ ਹੁੰਦਾ ਜੋੜਨਾ, ਇਕੱਠਾ ਕਰਨਾ। ਤਾਂ ਕਹਿੰਦਾ ਜੀ ਮੈਸੇਜ ਡਿਗੈਸਟ ਇਜ਼ ਯੂਜ਼ਡ ਟੂ ਇਨਸ਼ੋਰ ਦਾ ਇੰਟੀਗ੍ਰਿਟੀ ਆਫ ਅ ਮੈਸੇਜ ਟ੍ਰਾਂਸਮਿਟਡ ਓਵਰ ਐਨ ਇਨਸਿਕਿਉਰ ਚੈਨਲ। ਇਨਸਿਕਿਉਰ ਦਾ ਮਤਲਬ ਜਿੱਥੇ ਆਪਾਂ ਨੂੰ ਪਤਾ ਹੈ ਕਿ ਆਪਣਾ ਡਾਟਾ ਹੈਕ ਹੋ ਸਕਦਾ ਹੈ, ਕਰਪਟ ਹੋ ਸਕਦਾ, ਉਹਦੀ ਪ੍ਰਾਈਵੇਸੀ ਭੰਗ ਹੋ ਸਕਦੀ ਹੈ, ਉਹਨੂੰ ਕਹਿੰਦੇ ਆ ਇਨਸਿਕਿਉਰ ਚੈਨਲ। ਠੀਕ ਹੈ ਜੀ, ਫਿਰ ਆਪਾਂ ਕਰਦੇ ਕੀ ਹੈ, ਕਹਿੰਦਾ ਜੀ ਕੰਟੈਂਟ ਨੂੰ ਆਪਾਂ ਕੀ ਕਰ ਦਿੰਦੇ ਹਾਂ ਰਾਜੇ, ਚੇਂਜ ਕਰ ਦਿੰਦੇ ਹਾਂ। ਚੇਂਜ ਕਿਵੇਂ ਕਰਦੇ ਹਾਂ ਰਾਜੇ, ਇੱਕ ਕ੍ਰਿਪਟੋਗ੍ਰਾਫਿਕ ਹੈਸ਼ ਫੰਕਸ਼ਨ ਹੁੰਦਾ ਹੈ। ਕ੍ਰਿਪਟੋਗ੍ਰਾਫਿਕ ਦਾ ਮਤਲਬ ਹੁੰਦਾ ਹੈ ਕਿ ਉਹਦੇ ਵਿੱਚ ਐਲਗੋਰਿਥਮ ਲਗਾ ਕੇ ਉਹਨੂੰ origignal ਫਾਰਮ ਦੇ ਵਿੱਚੋਂ ਚੇਂਜ ਕਰਕੇ ਕੋਡਿੰਗ ਫਾਰਮ ਦੇ ਵਿੱਚ ਚੇਂਜ ਕੀਤਾ ਜਾਂਦਾ ਹੈ। ਤਾਂ ਕਹਿੰਦਾ ਜੀ ਜਦੋਂ ਇਹ ਚੇਂਜ ਹੁੰਦਾ ਤਾਂ ਆਪਾਂ ਫੰਕਸ਼ਨ ਲਗਾ ਕੇ ਇਹਨੂੰ ਕੀ ਕਰ ਦਿੰਦੇ ਹਾਂ, ਕੰਪਰੈਸ ਕਰ ਦਿੰਦੇ ਹਾਂ। ਤਾਂ ਕੰਪਰੈਸ ਕਰਕੇ ਜਿਹੜਾ ਮੈਸੇਜ ਬਣਦਾ ਰਾਜੇ ਉਹਨੂੰ ਕਹਿ ਦਿੰਦੇ ਆ ਡਿਗੈਸਟ ਕਹਿ ਦਿੰਦੇ ਆ, ਜਾਂ ਉਹਨੂੰ ਕਹਿ ਦਿੰਦੇ ਆ ਮੈਸੇਜ ਡਿਗੈਸਟ। ਤਾਂ ਉਹਦੀ ਲੈਂਥ ਪੁੱਛੀ ਸੀਗੀ 128 ਬਿਟ ਉਹਦੀ ਕੀ ਹੈ ਲੈਂਥ ਹੈਗੀ ਹੈ। ਨੈਕਸਟ ਕੁਐਸਚਨ ਆ ਗਿਆ ਜੀ, ਮੈਂ ਪਹਿਲਾਂ ਵੀ ਬੋਲ ਚੁੱਕਿਆ ਦੋ। ਵੈਸੇ ਤਾਂ ਦੇਖੋ ਸਬ ਇੰਸਪੈਕਟਰ ਦੇ ਸਾਰੇ ਟੌਪਿਕ ਹੀ ਬਹੁਤ ਇੰਪੋਰਟੈਂਟ ਨੇ,
ਬਟ VoIP ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ ਤੇ ਡਾਟਾ ਇਨਕ੍ਰਿਪਸ਼ਨ, ਠੀਕ ਹੈ ਜੀ, ਡਾਟਾ ਇਨਕ੍ਰਿਪਸ਼ਨ ਜਿਹਨੂੰ ਆਪਾਂ ਤੁਸੀਂ ਕਹਿ ਦਿੰਦੇ ਹੋ ਸਪੋਜ਼ ਕ੍ਰਿਪਟੋਗ੍ਰਾਫੀ ਕਹਿ ਦਿੰਦੇ ਹੋ, ਇਹਨਾਂ ਦੋਵਾਂ ਦੇ ਵਿੱਚੋਂ ਇਹਦੇ ਵਿੱਚੋਂ 7 ਤੇ 8 ਕੁਐਸਚਨ, ਇਹਦੇ ਵਿੱਚੋਂ 4 ਤੋਂ 5 ਕੁਐਸਚਨ ਹਰੇਕ ਸ਼ਿਫਟ ਦੇ ਵਿੱਚ ਆਏ ਹੋਏ ਆ। ਤਾਂ ਕਹਿਣ ਦਾ ਭਾਵ ਹੈ ਜੇ ਦੋ ਟੌਪਿਕ ਹੈਗੇ ਰਾਜੇ ਮੋਸਟ ਇੰਪੋਰਟੈਂਟ ਨੇ, ਇਹਨਾਂ ਨੂੰ ਵਾਰ-ਵਾਰ ਕਵਰ ਕਰ ਲਿਓ ਥਿਓਰੈਟੀਕਲੀ। ਗੱਲ ਕਰਦੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਨ ਇੰਪਲੀਮੈਂਟ ਇਨ ਆਰਡਰ ਟੂ ਮੇਨਟੇਨ ਦਾ ਗੁੱਡ ਵਾਇਸ ਕੁਆਲਿਟੀ। ਹੁਣ ਜਿਹੜਾ ਮੈਂ VoIP ਕਰਵਾਇਆ ਹੋਇਆ ਤੁਹਾਨੂੰ ਥਿਊਰੀ YouTube ਤੇ ਬਹੁਤ ਵਧੀਆ ਕਰਾਈ ਹੈ, ਉਹ 'ਚ ਕੋਈ ਸ਼ੱਕ ਨਹੀਂ ਹੈਗਾ, ਬਟ ਫਿਰ ਵੀ ਲੈਵਲ ਥੋੜਾ ਜਿਹਾ ਅਪ ਆ ਗਿਆ ਸੀਗਾ, ਉਹ ਮੈਂ ਰਿਵਾਈਜ਼ ਕਰਕੇ ਆਪਣੇ ਕੋਰਸ 'ਚ ਕਰਾਈ ਹੈ। ਤੇ ਇਨ ਫਿਊਚਰ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਵੀ ਥੋੜੀ ਬਹੁਤੀ ਦੁਬਾਰਾ ਰਿਵਾਈਜ਼ ਕੀਤੀ ਜਾਵੇ ਜਦੋਂ ਮੈਨੂੰ ਟਾਈਮ ਮਿਲਿਆ। ਤਾਂ ਦੇਖੋ ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ ਦੇ ਵਿੱਚ ਹੁੰਦਾ ਕੀ ਹੈ, ਸਪੋਜ਼ ਮੈਂ ਮੇਰੇ ਕੋਲ ਕੰਪਿਊਟਰ ਹੈ ਜਾਂ ਮੋਬਾਈਲ ਹੈ, ਸਪੋਜ਼ ਮੋਬਾਈਲ ਮੰਨ ਲੈਂਦੇ ਆ, ਇੱਥੇ ਬੈਠਾ ਮੈਂ ਵੀਡੀਓ ਕਾਲ ਕਰ ਰਿਹਾ ਕਿਸੇ ਦੂਜੇ ਬੰਦੇ ਨੂੰ, ਕਿਤੇ ਹੋਰ ਬੈਠਾ ਬੰਦਾ ਉਹ, ਤਾਂ ਆਪਾਂ ਆਪਸ ਵਿੱਚ ਕੀ ਕਰ ਰਹੇ ਹਾਂ ਰਾਜੇ, ਕਾਲਿੰਗ ਕਰ ਰਹੇ ਹਾਂ, ਵੀਡੀਓ ਕਾਲ ਕਰ ਰਹੇ ਹਾਂ, ਚਾਹੇ ਵਾਇਸ ਕਾਲ ਕਰ ਰਹੇ ਹਾਂ, ਚਾਹੇ ਮੈਸੇਜ ਕਰ ਰਹੇ ਹਾਂ, ਜੋ ਮਰਜ਼ੀ ਮੰਨ ਲਓ। ਤਾਂ ਡਾਟਾ ਕੀ ਹੋ ਰਿਹਾ ਰਾਜੇ, ਆਦਾਨ ਪ੍ਰਦਾਨ ਹੋ ਰਿਹਾ, ਡਾਟਾ ਕੀ ਹੋ ਰਿਹਾ ਰਾਜੇ, ਠੀਕ ਹੈ ਜੀ, ਸੈਂਡ ਵੀ ਹੋ ਰਿਹਾ, ਰਿਸੀਵ ਵੀ ਹੋ ਰਿਹਾ। ਉਹ ਡਾਟਾ ਕਿਹੜੀ ਫਾਰਮ 'ਚ ਹੁੰਦਾ ਰਾਜੇ, ਪੈਕਟ ਦੀ ਫਾਰਮ 'ਚ ਹੁੰਦਾ। ਪੈਕਟ ਹੁੰਦਾ ਮਤਲਬ ਕਿ ਆਪਾਂ ਛੋਟੇ ਛੋਟੇ ਡਾਟਾ ਤੇ ਕੀ ਬਣਾ ਲੈਂਦੇ ਹਾਂ, ਯੂਨਿਟ ਬਣਾ ਲੈਂਦੇ, ਉਹਨੂੰ ਪੈਕਟ ਕਹਿ ਦਿੰਦੇ ਆ। ਹੁਣ ਕਹਿੰਦਾ ਜੀ ਵਧੀਆ ਵਾਇਸ ਕੁਆਲਿਟੀ ਤਾਂ ਆਊਗੀ ਜੇ ਆਪਣਾ ਡਾਟਾ ਰਸਤੇ ਦੇ ਵਿੱਚ ਕਰਪਟ ਨਹੀਂ ਹੁੰਦਾ, ਆਪਣੇ ਕੋਲੇ ਕੀ ਹੈ ਜੇ ਪੈਕਟ ਆਪਣਾ ਲਾਸ ਨਹੀਂ ਹੁੰਦਾ। ਕਈ ਵਾਰੀ ਕੀ ਹੁੰਦਾ, ਹੁਣ ਦੇਖੋ ਮੈਂ ਇੰਡੀਆ ਬੈਠਾ, ਮੈਂ ਕੈਨੇਡਾ ਕਿਤੇ ਗੱਲ ਕਰ ਰਿਹਾ, ਤਾਂ ਰਸਤੇ ਦੇ ਵਿੱਚ ਹੋ ਸਕਦਾ ਮੇਰਾ ਕੋਈ ਪੈਕਟ ਕੀ ਹੋ ਜਾਏ, ਕਰਪਟ ਹੋ ਜਾਏ, ਤਾਂ ਮੇਰੀ ਵਾਇਸ ਕੁਆਲਿਟੀ ਕੀ ਹੋ ਜੂਗੀ, ਖਰਾਬ ਹੋ ਜੂਗੀ, ਜਾਂ ਮੇਰੀ ਗੱਲ ਕੱਟੀ ਜਾ ਸਕਦੀ ਹੈ। ਤਾਂ ਪੈਕਟ ਲਾਸ ਨਹੀਂ ਹੋਣਾ ਚਾਹੀਦਾ। ਲੈਟੈਂਸੀ ਹੁੰਦਾ ਰਾਜੇ, ਮੰਨ ਲਓ ਕਿ ਜਿਹੜਾ ਪੈਕਟ ਹੈਗਾ ਉਹਨੇ ਪਹੁੰਚਣਾ ਤਾਂ 1 ਸੈਕਿੰਡ ਦੇ ਵਿੱਚ ਸੀਗਾ, ਪਰ ਉਹ ਪਹੁੰਚ ਕਿੰਨੇ ਰਿਹਾ, 2 ਜਾਂ 3 ਸੈਕਿੰਡ ਦੇ ਵਿੱਚ ਪਹੁੰਚ ਰਿਹਾ, ਲੇਟ ਪਹੁੰਚ ਰਿਹਾ, ਉਹਨੂੰ ਕਹਿ ਦਿੰਦੇ ਆ ਲੈਟੈਂਸੀ। ਜਿਟਰ ਕੀ ਹੁੰਦਾ ਰਾਜੇ, ਜਿਟਰ ਵੀ ਇਹ ਚੀਜ਼ ਹੁੰਦੀ ਹੈ, ਪੈਕਟ ਲਾਸ ਹੋ ਗਿਆ, ਕਰਪਟ ਹੋ ਗਿਆ, ਐਰਰ ਆ ਗਈ, ਉਹਨੂੰ ਜਿਟਰ ਕਹਿ ਦਿੰਦੇ ਆ। ਤਾਂ ਕਹਿਣ ਦਾ ਮਤਲਬ ਕੀ ਹੈ, ਕਹਿੰਦਾ ਵੀ ਜੇ ਗੁੱਡ ਵਾਇਸ ਕੁਆਲਿਟੀ ਲੈਣੀ ਆਪਾਂ ਨੂੰ ਕਿਹੜੇ ਫੈਕਟਰ ਵੱਲ ਧਿਆਨ ਦੇਣਾ ਪਊਗਾ, ਆਪਾਂ ਨੂੰ ਤਿੰਨੇ ਫੈਕਟਰ ਵੱਲ ਧਿਆਨ ਦੇਣਾ ਪਊਗਾ। ਨਾ ਤਾਂ ਆਪਣਾ ਪੈਕਟ ਲਾਸ ਹੋਣਾ ਚਾਹੀਦਾ ਹੈ, ਨਾ ਲੈਟੈਂਸੀ ਆਉਣੀ ਚਾਹੀਦੀ, ਨਾ ਜਿਟਰ ਆਉਣਾ ਚਾਹੀਦਾ ਹੈ, ਠੀਕ ਹੈ ਜੀ। ਤਾਂ ਤਿੰਨੇ ਕੀ ਆ ਜਾਣਗੇ ਰਾਜੇ, 1 2 ਐਂਡ 3 ਕੀ ਆ ਜਾਊਗਾ, ਆਂਸਰ ਆ ਜਾਊਗਾ। ਕੋਈ ਗੱਲ ਨਹੀਂ, ਬਾਕੀ ਇਹਨੂੰ ਡਿਟੇਲ 'ਚ ਹੋਰ ਕਰਵਾ ਦਾਂਗੇ ਆਪਾਂ। ਨੈਕਸਟ ਕੁਐਸਚਨ ਬਹੁਤ ਸੌਖਾ ਰਾਜੇ, GPS ਮੈਂ ਪੂਰੀ 1 ਘੰਟੇ ਦੀ ਵੀਡੀਓ ਕਰਾਈ ਹੋਈ ਹੈ। GPS ਤੇ ਬੱਚੇ ਬਹੁਤ ਗਲਤੀ ਕਰਦੇ ਦੀ, ਜਿਹੜੀ ਫੁੱਲ ਫਾਰਮ ਹੁੰਦੀ ਰਾਜੇ ਉਹ ਹੁੰਦੀ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ ਹੁੰਦੀ ਹੈ। ਬਟ ਬੱਚੇ ਕੀ ਕਰਦੇ ਆ, P ਜਗ੍ਹਾ ਤੇ ਪੋਜੀਸ਼ਨ ਲਾ ਆਉਂਦੇ ਆ, P ਨੂੰ ਪੋਜੀਸ਼ਨ ਲਾ ਆਉਂਦੇ, ਜਿਹੜਾ ਕਿ ਗਲਤ ਹੈ। ਪੋਜੀਸ਼ਨ ਨਹੀਂ ਹੈਗਾ ਰਾਜੇ, ਪੋਜੀਸ਼ਨਿੰਗ ਹੈਗਾ। ਦੂਜੀ ਇਹਦੇ ਵਿੱਚ ਖਾਸ ਗੱਲ ਇਹ ਹੈਗੀ ਹੈ ਵੀ ਜਿਹੜਾ GPS ਸੀਗਾ ਉਹ ਜਿਹੜਾ US ਦੀ ਆਰਮੀ ਨੇ ਸ਼ੁਰੂ ਕੀਤਾ ਸੀ ਪ੍ਰਾਈਵੇਟਲੀ ਆਪਣੇ ਕੰਮ ਵਾਸਤੇ, ਪਰ ਬਾਅਦ ਚ ਉਹਨੂੰ ਪਬਲਿਕ ਕੀਤਾ ਗਿਆ ਦੁਨੀਆ ਵਾਸਤੇ। ਜਦੋਂ ਪ੍ਰਾਈਵੇਟਲੀ ਯੂਜ਼ ਕਰਦੇ ਸੀ ਉਹਦਾ ਨਾਮ ਬਹੁਤ ਵੱਡਾ ਸੀਗਾ, ਤਾਂ ਉਹਦਾ ਓਰੀਜਨਲ ਨੇਮ ਕੀ ਸੀਗਾ ਵੀ ਪੁੱਛਿਆ ਜਾਂਦਾ ਹੁੰਦਾ ਰਾਜੇ, ਉਹਦਾ ਓਰੀਜਨਲ ਨੇਮ ਸੀਗਾ ਨਵ ਸਟਾਰ। ਕੀ ਸੀਗਾ, ਨਵ ਸਟਾਰ ਸੀਗਾ, ਜਿਹਨੂੰ ਫੁੱਲ ਫਾਰਮ ਕੀ ਹੈ, ਨੈਵੀਗੇਸ਼ਨ ਸੈਟੇਲਾਈਟ ਟਾਈਮਿੰਗ ਐਂਡ ਰੇਂਜਿੰਗ ਸਿਸਟਮ। ਤਾਂ ਇਹ US ਦੀ ਆਰਮੀ ਨੇ ਸ਼ੁਰੂ ਕੀਤਾ ਸੀ। ਬਾਕੀ ਨੂੰ ਧਿਆਨ ਨਾਲ ਪੜ੍ਹ ਲਿਓ, ਇਹ ਕਿਹੜੇ ਪ੍ਰਿੰਸੀਪਲ ਦੇ ਉੱਪਰ ਕੰਮ ਕਰਦਾ, ਟ੍ਰਾਈਲਿਟਰੇਸ਼ਨ ਦੇ ਵਿੱਚ ਕੰਮ ਕਰਦਾ। ਟੋਟਲ ਕਿੰਨੇ ਸੈਟੇਲਾਈਟ ਕੰਮ ਕਰਦੇ ਆ, ਐਟ ਪ੍ਰੈਜ਼ੈਂਟ 24 ਕਰਦੇ ਆ, 8 ਬੈਕਅਪ ਵਾਸਤੇ ਹੁੰਦੇ ਆ, ਟੋਟਲ 32 ਸੈਟੇਲਾਈਟ ਕੰਮ ਕਰਦੇ ਆ। ਇਹ ਸਾਰੀ ਗੱਲਾਂ ਤੁਸੀਂ ਪੜ੍ਹਨੀਆਂ ਨੇ ਥਿਊਰੀ ਦੇ ਵਿੱਚ, ਓਕੇ ਆ ਜੀ। ਤਾਂ ਮੈਂ ਵਾਰ-ਵਾਰ ਕਹਿ ਰਿਹਾ ਬੇਟੇ, ਬਹੁਤ ਮੈਸੇਜ ਆਉਂਦੇ ਆ ਮੈਨੂੰ ਵੀ ਸਾਨੂੰ ਨੋਟਸ ਦੇ ਦਿਓ, ਅਸੀਂ ਆਪਣੇ ਆਪ ਪੜ੍ਹਨੇ ਆ PDF, ਤਾਂ ਉਹ ਪੈਸਾ ਖਰਾਬ ਕਰਨ ਵਾਲੀ ਗੱਲ ਆ, ਉਹਦਾ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ, ਕਿਉਂਕਿ ਥਿਊਰੀ ਤੁਹਾਨੂੰ ਪੜ੍ਹਨੀ ਪਊਗੀ ਤੇ ਵੀਡੀਓ ਵਿੱਚੋਂ ਹੀ ਪੜ੍ਹਨੀ ਪਊਗੀ। MCQ ਤੁਹਾਨੂੰ ਕਰਨੇ ਪੈਣਗੇ, ਵੀਡੀਓ ਵਿੱਚੋਂ ਹੀ ਕਰਨੇ ਪੈਣਗੇ ਜੇ ਤੁਸੀਂ ਪ੍ਰੋਪਰ 100% ਕਵਰ ਕਰਨਾ ਕੰਪਿਊਟਰ, ਕਿਉਂਕਿ ਕੰਪਿਊਟਰ ਕੋਈ ਛੋਟਾ ਨਹੀਂ ਹੈਗਾ, 120 ਨੰਬਰ ਦਾ ਆਉਣਾ ਤੁਹਾਡਾ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ। ਹੁਣ ਦੇਖੋ ਕਹਿੰਦਾ ਜੀ ਪਾਵਰ ਪੁਆਇੰਟ, ਦੇਖੋ MS ਵਰਡ, ਪਾਵਰ ਪੁਆਇੰਟ ਤੇ ਐਕਸਲ ਮੈਂ ਬਹੁਤ ਵਧੀਆ ਕਰਾਇਆ, ਬਟ ਉਹਦੇ ਅੰਦਰ ਕਿਹੜੀਆਂ ਕਮਾਂਡਸ ਯੂਜ਼ ਹੁੰਦੀਆਂ ਇਹ ਤੁਸੀਂ ਇੱਕ ਵਾਰੀ ਜ਼ਰੂਰ ਦੇਖਣੀਆਂ ਨੇ। ਮੈਂ ਵੀ ਕੋਸ਼ਿਸ਼ ਕਰੂੰਗਾ ਕੋਈ ਵੀਡੀਓ ਪਾਉਣ ਦੀ। ਕਹਿੰਦਾ ਜੀ MS ਪਾਵਰ ਪੁਆਇੰਟ 2019 ਦੀ ਗੱਲ ਕਰਦਾ ਹੈ, ਠੀਕ ਹੈ। ਵਰਜ਼ਨ ਚੱਕਰ ਚਿੰਤਾ 'ਚ ਨਾ ਪਿਆ ਕਰੋ, 2010 ਹੋ ਗਿਆ, 16 ਹੋ ਗਿਆ, ਠੀਕ ਹੈ, 19 ਹੋ ਗਿਆ, ਇਹ ਵਰਜ਼ਨ ਲਗਭਗ ਸੇਮ ਨੇ। ਸਿਰਫ ਫਰਕ ਕਿਹਦੇ ਵਿੱਚ ਹੈ, 2007 ਦੇ ਵਿੱਚ ਫਰਕ, ਉਹਦਾ ਇੰਟਰਫੇਸ ਥੋੜਾ ਜਿਹਾ ਵੱਖਰਾ ਹੈ। ਬਾਕੀ ਤੁਹਾਨੂੰ ਭੁਲੇਖਾ ਪਾਉਣ ਵਾਸਤੇ 2016 ਲਿਖ ਦੇਵੇ, 19 ਲਿਖ ਦੇਵੇ, ਕੋਈ ਚੱਕਰ ਨਹੀਂ ਹੈਗਾ, ਮੋਸਟਲੀ ਸੇਮ ਹੁੰਦਾ ਹੈ। ਕਹਿੰਦਾ ਜੀ 2019 ਦੇ ਵਿੱਚ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਪੇਅਰ ਸ਼ਾਰਟਕਟ ਕੀ ਫੰਕਸ਼ਨ ਇਜ਼ ਕਰੈਕਟ। ਕਹਿੰਦਾ ਜੀ ਕੰਟਰੋਲ P ਜਦੋਂ ਮੈਂ ਨੱਪਦਾ, ਕਹਿੰਦਾ ਜੀ ਕੀ ਹੁੰਦਾ, ਪ੍ਰਿੰਟ ਡਾਇਲੋਗ, ਤਾਂ ਬਿਲਕੁਲ ਠੀਕ ਹੈ। ਕੰਟਰੋਲ P ਕਹਿੰਦਾ ਕਿਹਦਾ ਸ਼ਾਰਟਕਟ ਹੁੰਦਾ ਰਾਜੇ, ਪ੍ਰਿੰਟ ਕਰਨ ਵਾਸਤੇ ਫਾਈਲ ਕੋਈ ਵੀ, ਪਹਿਲੀ ਜਿਹੜੀ ਹੈਗੀ ਆ ਬਿਲਕੁਲ ਠੀਕ ਹੈ। Alt + F9 ਕਾਹਦੇ ਵਾਸਤੇ ਹੁੰਦਾ, ਕਹਿੰਦਾ ਜੀ ਸ਼ੋ ਔਰ ਹਾਈਡ ਗਾਈਡਸ। ਹੁਣ ਆਪਾਂ ਨੂੰ ਗਾਈਡਸ ਹੀ ਨਹੀਂ ਪਤਾ ਹੋਣਾ ਤਾਂ ਆਪਾਂ ਸ਼ਾਰਟਕਟ ਕਮਾਂਡ ਕਿਵੇਂ ਦੱਸਾਂਗੇ, ਤਾਂ ਗਾਈਡਸ ਹੁਣ ਮੈਂ ਦਿਖਾ ਹੀ ਦਿੰਦਾ ਇੱਕ ਵਾਰੀ, ਜਸਟ ਵੇਟ ਕਰਿਓ। ਹੁਣ ਦੇਖੋ ਪਾਵਰ ਪੁਆਇੰਟ ਦੇ ਵਿੱਚ ਕੀ ਹੁੰਦਾ, ਵਿਊ ਦੇ ਵਿੱਚ ਜਾ ਕੇ ਦੇਖੋਗੇ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦਾ ਗ੍ਰਿਡ ਲਾਈਨ, ਇੱਕ ਹੁੰਦਾ ਗਾਈਡਸ। ਹੁਣ ਦੇਖੋ ਮੈਂ ਤੇ ਕਲਿੱਕ ਕਰੂੰਗਾ, ਤੁਹਾਨੂੰ ਇੱਕ ਨਾ ਆ ਦਿਖੂਗਾ, ਦੇਖੋ ਲਾਈਨ ਦਿਖ ਰਹੀ ਹੋਊਗੀ, ਆ ਦੇਖੋ ਦਿਖ ਰਹੀ ਹੈ ਨਾ ਤੁਹਾਨੂੰ ਲਾਈਨ, ਇਹ 4 ਬਾਕਸ ਬਣ ਗਏ 1 2 3 4, ਇਹ ਹੁੰਦੇ ਗਾਈਡ। ਇਹਨੂੰ ਅਗਰ ਮੈਂ ਸ਼ੋ ਕਰਨਾ, ਹਾਈਡ ਕਰਨਾ, ਮੈਂ Alt F9 ਨਾਲ ਕਰ ਸਕਦਾ। ਇੱਕ ਹੁੰਦਾ ਗ੍ਰਿਡ ਲਾਈਨ, ਜਿਵੇਂ ਐਕਸਲ ਦੇ ਵਿੱਚ ਹੁੰਦੀਆਂ, ਦੇਖੋ ਕਾਲਮ ਬਣ ਗਏ ਨਾ ਮੇਰੇ ਵਿੱਚ, ਧਿਆਨ ਨਾਲ ਦੇਖਿਓ, ਪੂਰੇ ਧਿਆਨ ਨਾਲ, ਆ ਕਾਲਮ ਬਣ ਗਏ, ਇਹਨੂੰ ਕਹਿੰਦੇ ਆ ਗ੍ਰਿਡ ਲਾਈਨ। ਇਹਨੂੰ ਅਗਰ ਤੁਸੀਂ ਮਤਲਬ ਕਿ ਹਾਈਡ ਕਰਨਾ, ਸ਼ੋ ਕਰਨਾ, ਇਹਦੀ ਹੁੰਦੀ ਸ਼ਾਰਟਕਟ ਕੀ Shift + F9।
ਪਰ ਗਾਈਡਸ ਦੀ ਕੀ ਹੁੰਦੀ ਹੈ ਰਾਜੇ Alt plus F9 ਹੁੰਦੀ ਹੈ। ਤਾਂ ਇੱਥੇ ਉਹਨੇ ਪੁੱਛਿਆ ਸੀ ਵੀ ਕਰੈਕਟ ਕਿਹੜੇ ਹੈਗੇ ਆ, ਤਾਂ ਦੋਨੇ ਕਰੈਕਟ ਨੇ, ਇਹਦੇ ਵਿੱਚ ਕੋਈ ਚੱਕਰ ਹੀ ਨਹੀਂ ਹੈਗਾ, ਤਾਂ both 1 and 2 ਆਂਸਰ ਆ ਜਾਊਗਾ। ਧਿਆਨ ਨਾਲ ਇੱਥੇ ਕਰੈਕਟ ਇਨਕਰੈਕਟ ਪੁੱਛ ਸਕਦਾ ਹੈ, ਜੇ ਇਨਕਰੈਕਟ ਪੁੱਛਦਾ ਤਾਂ ਨਾਈਦਰ 1 ਔਰ ਨੋਟ 2 ਆਉਣਾ ਸੀਗਾ, ਇੱਥੇ ਕਰੈਕਟ ਪੁੱਛਿਆ। ਤਾਂ ਇਦਾਂ ਹੀ ਬੱਚੇ ਬਹੁਤ ਗਲਤੀ ਕਰਦੇ ਆ, ਤੁਸੀਂ ਗਲਤੀ ਨਹੀਂ ਕਰਨੀ, ਠੰਡੇ ਦਿਮਾਗ ਨਾਲ ਕੰਮ ਕਰਨਾ, ਜਿਹੜਾ ਕਰਨਾ ਚੰਗੀ ਤਰ੍ਹਾਂ ਕਰਨਾ। ਨੈਕਸਟ ਬਹੁਤ ਸੌਖਾ ਕੁਐਸਚਨ ਹੈ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਫਿਜ਼ੀਕਲ ਕੰਪੋਨੈਂਟ ਆਫ ਕੰਪਿਊਟਰ। ਫਿਜ਼ੀਕਲ ਦਾ ਮਤਲਬ ਕੀ ਹੁੰਦਾ, ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ, ਜਿਹੜਾ ਹਾਰਡਵੇਅਰ ਹੁੰਦਾ ਹੈ, ਤੇ ਸੌਫਟ ਕਾਪੀ ਜਿਹੜੀ ਹੁੰਦੀ, ਆਪਾਂ ਟੱਚ ਨਹੀਂ ਕਰ ਸਕਦੇ, ਸਿਰਫ ਫੀਲ ਕਰ ਸਕਦੇ ਹਾਂ, ਜਿਵੇਂ ਸਕਰੀਨ ਦੇ ਉੱਪਰ ਆਪਾਂ ਕੋਈ ਚੀਜ਼ ਦੇਖ ਰਹੇ ਹਾਂ, ਕੋਈ ਫਿਲਮ ਦੇਖ ਰਹੇ ਹਾਂ, ਠੀਕ ਹੈ। ਤਾਂ ਹੁਣ ਦੇਖੋ, ਅਗਰ ਮੈਂ ਗੱਲ ਕਰਾਂ ਸਿਸਟਮ ਯੂਟਿਲਿਟੀ ਦੀ, ਇਹ ਕੀ ਹੁੰਦਾ, ਸਿਸਟਮ ਯੂਟਿਲਿਟੀ ਦਾ ਮਤਲਬ ਹੁੰਦਾ ਸਿਸਟਮ ਦੇ ਸੌਫਟਵੇਅਰ, ਜਿਹੜੇ ਸੌਫਟਵੇਅਰ ਹੁੰਦੇ ਉਹਨੂੰ ਆਪਾਂ ਟੱਚ ਨਹੀਂ ਕਰ ਸਕਦੇ, ਉਹਨੂੰ ਸਿਰਫ ਆਪਾਂ ਦੇਖ ਸਕਦੇ ਹਾਂ, ਚਲਾ ਸਕਦੇ ਹਾਂ। ਆਪਰੇਟਿੰਗ ਸਿਸਟਮ ਵੀ ਤੁਹਾਡਾ ਸੌਫਟਵੇਅਰ ਹੁੰਦਾ ਰਾਜੇ, ਵਿੰਡੋ ਹੁੰਦੀ ਆ, ਇਹਨੂੰ ਆਪਾਂ ਕੀ ਸਿਰਫ ਚਲਾ ਸਕਦੇ ਹਾਂ। ਐਪਲੀਕੇਸ਼ਨ ਸੌਫਟਵੇਅਰ ਵੀ ਕੀ ਹੁੰਦਾ, ਇੱਕ ਮਤਲਬ ਕੀ ਸੌਫਟਵੇਅਰ ਹੁੰਦਾ, ਜਿਵੇਂ WhatsApp ਹੋ ਗਿਆ, ਫੇਸਬੁੱਕ ਹੋ ਗਈ, ਗੇਮ ਹੋ ਗਈਆਂ, ਪੇਂਟ ਹੋ ਗਿਆ। ਤਾਂ ਕਹਿਣ ਦਾ ਮਤਲਬ ਇਹ ਸਾਰੇ ਕੀ ਨੇ, ਸੌਫਟ ਨੇ, ਇਹਨੂੰ ਆਪਾਂ ਟੱਚ ਨਹੀਂ ਕਰ ਸਕਦੇ। ਪਰ ਜਿਹੜਾ ਮਦਰਬੋਰਡ ਹੁੰਦਾ ਰਾਜੇ, ਉਹ ਕੀ ਹੁੰਦਾ, ਇੱਕ ਸਰਕਟ ਬੋਰਡ ਹੁੰਦਾ, ਜਿਹਦੇ ਉੱਪਰ ਤੁਹਾਡਾ ਸਾਰਾ ਕੰਪਿਊਟਰ ਕੀ ਹੁੰਦਾ, ਖੜਿਆ ਹੁੰਦਾ, ਠੀਕ ਹੈ ਜੀ, ਤਾਂ ਇਹਨੂੰ ਕਹਿੰਦੇ ਮਦਰਬੋਰਡ, ਠੀਕ ਹੈ। ਜਿਵੇਂ ਆਪਣਾ ਜਿਹੜਾ ਘਰ ਹੁੰਦਾ, ਆਪਣਾ ਸਾਰਾ ਘਰ ਆਪਣੀ ਮਾਂ ਦੇ ਉੱਪਰ ਡਿਪੈਂਡ ਹੁੰਦਾ, ਉਵੇਂ ਰਾਜੇ ਸਾਰਾ ਸਰਕਟ ਜਿਹੜੇ ਬੋਰਡ ਦੇ ਉੱਪਰ ਹੁੰਦਾ, ਉਹਨੂੰ ਕਹਿੰਦੇ ਨੇ ਮਦਰਬੋਰਡ। ਆ ਹੁੰਦਾ ਜੀ ਮਦਰਬੋਰਡ, ਠੀਕ ਹੈ, ਇਹਨੂੰ ਮਦਰਬੋਰਡ ਤਾਂ ਹੀ ਕਹਿੰਦੇ ਆ, ਜਿੰਨਾ ਵੀ ਕੰਪਿਊਟਰ ਸਿਸਟਮ ਹੈਗਾ ਰਾਜੇ, ਇਹਦੇ ਉੱਪਰ ਹੀ ਸਟੈਂਡ ਹੁੰਦਾ, ਮਤਲਬ ਕਿ ਇਹ ਬੇਸਿਕ ਬੈਕਬੋਨ ਹੈ ਕੰਪਿਊਟਰ ਦੀ, ਠੀਕ ਹੈ। ਤੈਨੂੰ ਕਹਿ ਦਿੰਦੇ ਮਦਰਬੋਰਡ, ਇਹ ਫਿਜ਼ੀਕਲੀ ਹੁੰਦਾ, ਇਹਨੂੰ ਆਪਾਂ ਟੱਚ ਕਰ ਸਕਦੇ ਹਾਂ। ਨੈਕਸਟ ਗੱਲ ਕਰਦੇ ਹਾਂ ਜੀ MS DOS ਦੀ ਗੱਲ ਕਰਦੇ ਹਾਂ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦ ਪਾਰਟ ਆਫ MS DOS। MS ਦਾ ਮਤਲਬ ਹੁੰਦਾ ਮਾਈਕਰੋਸਾਫਟ ਕੰਪਨੀ, DOS ਹੁੰਦੀ ਰਾਜੇ ਡਿਸਕ ਆਪਰੇਟਿੰਗ ਸਿਸਟਮ। ਹੁਣ ਡਿਸਕ ਆਪਰੇਟਿੰਗ ਦੇਖੋ, ਆਪਰੇਟਿੰਗ ਸਿਸਟਮ ਤੋਂ ਤੁਹਾਨੂੰ ਯਾਦ ਆ ਗਿਆ ਹੋਊਗਾ, ਆਪਰੇਟਿੰਗ ਸਿਸਟਮ ਦਾ ਮਤਲਬ ਕੀ ਹੁੰਦਾ, ਵਿੰਡੋ, ਠੀਕ ਹੈ ਜੀ। ਹੁਣ ਸਟਾਰਟਿੰਗ ਵਿੱਚ ਕੀ ਸੀਗਾ, ਮਾਈਕਰੋਸਾਫਟ ਨੇ ਕੀ ਕੀਤਾ, ਮਾਈਕਰੋਸਾਫਟ ਨੇ ਜਦੋਂ ਮਤਲਬ ਬਣਾਉਣੀ ਸ਼ੁਰੂ ਕੀਤਾ ਆਪਰੇਟਿੰਗ ਸਿਸਟਮ, ਤਾਂ ਉਦੋਂ ਉਹਨਾਂ ਕੋਲੇ ਕੀ ਸੀਗੀ, MS DOS ਪਹਿਲਾਂ ਆਈ, ਵਿੰਡੋ ਵਗੈਰਾ ਬਾਅਦ ਚ ਆਈ, ਅੱਜ ਕੱਲ ਤਾਂ ਵਿੰਡੋ 11 ਚੱਲ ਰਹੀ ਹੈ। ਤਾਂ ਹੁਣ ਹੁੰਦਾ ਕੀ ਸੀਗਾ, ਜਦੋਂ ਇਹ ਆਈ ਸੀਗੀ DOS, ਮਾਊਸ ਨਹੀਂ ਚੱਲਦਾ ਸੀਗਾ, ਜਿਵੇਂ ਅੱਜ ਕੱਲ ਮਾਊਸ ਚੱਲ ਰਿਹਾ, ਆਪਾਂ ਦੇਖੋ ਜਿਵੇਂ ਲੋਗੋ ਲਗਾਇਆ ਹੋਇਆ, ਫੋਟੋ ਲਗਾਈ ਹੋਈ, ਐਵੇਂ ਨਹੀਂ ਹੁੰਦਾ ਸੀਗਾ। ਇਹ ਹੁੰਦਾ ਸੀਗਾ ਕਮਾਂਡ ਯੂਜ਼ਰ ਇੰਟਰਫੇਸ, ਇਹਦੇ ਵਿੱਚ ਸਾਰੇ ਕੰਮ ਕਮਾਂਡਸ ਦੇ ਥਰੂ ਹੁੰਦੇ ਸੀਗੇ, ਨਾ ਤਾਂ ਮਾਊਸ ਚੱਲਦਾ ਸੀਗਾ, ਨਾ ਨੈਟ ਚੱਲਦਾ ਸੀਗਾ, ਨਾ ਕੋਈ ਪਿਕਚਰ ਲਗਾ ਸਕਦੇ ਸੀਗੇ, ਨਾ ਕੋਈ ਵੀਡੀਓ ਪਲੇ ਕਰ ਸਕਦੇ ਸੀਗੇ। ਗੱਲ ਸਮਝ ਆ ਗਈ। ਹੁਣ ਕਹਿੰਦਾ ਜੀ ਕਿਹੜੀ ਚੀਜ਼ ਇਹਦੀ ਪਾਰਟ ਹੈਗੀ ਹੈ, ਤਾਂ ਮੈਂ ਇੱਕ ਆਪਰੇਟਿੰਗ ਸਿਸਟਮ ਕਰਵਾਇਆ ਰਾਜੇ। ਆਪਰੇਟਿੰਗ ਸਿਸਟਮ ਦੇ ਦੋ ਪਾਰਟ ਹੁੰਦੇ ਆ, ਆਪਰੇਟਿੰਗ ਸਿਸਟਮ ਮਤਲਬ ਵਿੰਡੋ, ਵਿੰਡੋ ਦੇ ਦੋ ਪਾਰਟ ਹੁੰਦੇ ਰਾਜੇ, ਕਰਨਲ ਵੀ ਹੁੰਦਾ, ਸ਼ੈਲ ਵੀ ਹੁੰਦਾ। ਇਹ ਮੈਂ ਵੀਡੀਓ ਕਰਾਈ ਹੋਈ ਹੈ ਕੱਲੀ ਕੱਲੀ, ਜੇ ਨਹੀਂ ਕੀਤੀ ਤਾਂ ਕਰ ਲਿਓ। ਹੁਣ ਜਿਹੜਾ ਕਰਨਲ ਹੋ ਗਿਆ, ਸ਼ੈਲ ਹੋ ਗਿਆ ਰਾਜੇ, ਇਹ ਤਾਂ ਪਾਰਟ ਹੁੰਦੇ ਆ, ਕਿਸੇ ਵੀ ਆਪਰੇਟਿੰਗ ਸਿਸਟਮ ਦੇ ਪਾਰਟ ਹੁੰਦੇ ਆ। ਬਟ ਜਿਹੜਾ TCP/IP ਹੁੰਦਾ ਰਾਜੇ, TCP/IP ਕੀ ਹੈ, ਇੱਕ ਨੈਟਵਰਕ ਚਲਾਉਣ ਵਾਸਤੇ, ਇੰਟਰਨੈਟ ਚਲਾਉਣ ਵਾਸਤੇ ਇੱਕ ਬੇਸਿਕ ਪ੍ਰੋਟੋਕਾਲ ਹੈ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਤੇ ਇੰਟਰਨੈਟ ਪ੍ਰੋਟੋਕਾਲ। ਪਰ ਇਹ ਤਾਂ ਚੱਲਣਾ ਹੀ ਨਹੀਂਗਾ, ਕਿਉਂਕਿ ਇਹਦੇ ਵਿੱਚ ਨੈਟ ਚੱਲਦਾ ਨਹੀਂ, ਜੇ ਨੈਟ ਨਹੀਂ ਚੱਲਦਾ ਤਾਂ ਇਹਦੀ ਵਰਤੋਂ ਨਹੀਂ ਹੋਊਗੀ। ਤਾਂ ਉਹਨੇ ਇਹੀ ਪੁੱਛਿਆ ਸੀਗਾ ਵੀ ਕਿਹੜੇ MS DOS ਦੇ ਪਾਰਟ ਹੈ, ਤਾਂ ਓਨਲੀ 1 and 2 ਪਾਰਟ ਬਣਦੇ ਆ, ਥਰਡ ਜਿਹੜਾ ਹੈਗਾ ਉਹ ਪਾਰਟ ਨਹੀਂ ਬਣਦਾ, ਕਿਉਂਕਿ ਉਹਦੇ ਵਿੱਚ ਨੈਟ ਨਹੀਂ ਚੱਲਦਾ ਸੀ। ਓਕੇ ਹੈ ਜੀ। ਅੱਛਾ, ਤੁਸੀਂ ਇੱਕ ਮੈਨੂੰ ਕਮੈਂਟ ਕਰਨਾ ਹੈ, ਜਿਵੇਂ ਇੱਥੇ ਕਮਾਂਡ ਯੂਜ਼ਰ ਇੰਟਰਫੇਸ ਹੈ, ਅੱਜ ਕੱਲ ਜਿਹੜੀਆਂ ਵਿੰਡੋ ਆ ਰਹੀਆਂ ਉਹ ਹੁੰਦੀਆਂ GUI, ਠੀਕ ਹੈ। ਤਾਂ GUI ਦੀ ਫੁੱਲ ਫਾਰਮ ਤੁਸੀਂ ਮੈਨੂੰ ਕਮੈਂਟ ਕਰਨੀ ਹੈ, ਦੇਖਦੇ ਹਾਂ ਕਿੰਨੇ ਤਿਆਰੀ ਕਰ ਰਹੇ ਹੋ ਤੁਸੀਂ। ਬਹੁਤ ਸੌਖਾ ਕੁਐਸਚਨ ਹੈ ਵੈਸੇ, ਬਹੁਤ ਬੇਸਿਕ ਕੁਐਸਚਨ ਹੈ। ਨੈਕਸਟ ਮੂਵ ਕਰਦੇ ਹਾਂ ਜੀ, ਕਹਿੰਦਾ MS Word 2019 ਦੇ ਵਿੱਚ ਕਹਿੰਦਾ ਜੀ ਪੇਜ ਸੈਟਅਪ ਕੈਨ ਬੀ ਫਾਊਂਡ ਅੰਡਰ ਵਿਚ ਟੈਬ। ਤਾਂ ਜਿਹੜਾ ਪੇਜ ਸੈਟਅਪ ਹੁੰਦਾ ਰਾਜੀ, ਕੋਈ ਲੇਆਊਟ ਟੈਬ ਹੁੰਦੀ ਹੈ। ਚਲੋ ਇਹ ਵੀ ਦਿਖਾ ਦਿੰਦਾ, ਵੈਸੇ ਕੋਲ ਲੇਟੈਸਟ ਵਰਜ਼ਨ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ 2019 ਦਾ। ਤਾਂ MS Word ਆਪਾਂ ਆਫਿਸ ਖੋਲ ਲੈਣੇ ਕੋਈ ਵੀ, ਠੀਕ ਹੈ। ਆ ਦੇਖੋ ਲੇਆਊਟ ਟੈਬ ਦੇ ਵਿੱਚ ਜਾਵਾਂਗੇ ਤਾਂ ਰਾਜੇ ਦੇ ਵਿੱਚ ਆ ਜਾਂਦਾ ਪੇਜ ਸੈਟਅਪ। ਆ ਦੇਖੋ ਧਿਆਨ ਨਾਲ, ਪੇਜ ਸੈਟਅਪ ਆ ਰਿਹਾ ਨਾ, ਲੇਆਊਟ ਟੈਬ ਦੇ ਅੰਡਰ ਆਊਗਾ ਪੇਜ ਸੈਟਅਪ। ਓਕੇ ਹੈ ਜੀ। ਨੈਕਸਟ ਮੂਵ ਕਰਦੇ ਹਾਂ ਆਪਾਂ, ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਇੰਗ੍ਰੀਡੀਐਂਟ, ਠੀਕ ਹੈ ਜੀ, ਆਫ ਦਾ ਸਿਮੈਟ੍ਰਿਕ ਇਨਕ੍ਰਿਪਸ਼ਨ ਸਕੀਮ। ਕਹਿਣ ਦਾ ਭਾਵ ਕੀ ਕਹਿ ਰਿਹਾ, ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਹੈਗਾ ਇਹ ਸਿਮੈਟ੍ਰਿਕ ਇਨਕ੍ਰਿਪਸ਼ਨ ਦੀ ਸਕੀਮ ਦੇ ਅੰਡਰ ਨਹੀਂ ਆਉਂਦਾ, ਠੀਕ ਹੈ, ਕਿਹੜਾ ਇਹਦੇ ਵਿੱਚ ਇਨਕਲੂਡਡ ਨਹੀਂ ਹੈਗਾ, ਨਹੀਂ ਹੈਗਾ ਪੁੱਛਿਆ। ਹੁਣ ਜੇ ਆਪਾਂ ਨੂੰ ਇਹੀ ਨਹੀਂ ਪਤਾ ਵੀ ਸਿਮੈਟ੍ਰਿਕ ਕੀ ਆ ਤੇ ਐਸਿਮੈਟ੍ਰਿਕ ਕੀ ਆ ਜਾਂ ਪਬਲਿਕ ਕ੍ਰਿਪਟੋਗ੍ਰਾਫੀ ਕੀ ਹੈ, ਤਾਂ ਆਪਾਂ ਨੂੰ ਨਹੀਂ ਪਤਾ ਹੋਊਗਾ, ਗੱਲ ਫਿਰ ਉੱਥੇ ਆ ਕੇ ਰੁਕ ਜਾਂਦੀ ਹੈ ਥਿਊਰੀ ਤੇ। ਤਾਂ ਐਸਿਮੈਟ੍ਰਿਕ ਦੇ ਵਿੱਚ ਕੀ ਹੁੰਦਾ ਬੇਟੇ, ਐਸਿਮੈਟ੍ਰਿਕ ਦੇ ਵਿੱਚ ਸਿੰਗਲ ਕੀ ਯੂਜ਼ ਹੁੰਦੀ ਹੈ, ਜਿਹਨੂੰ ਕਹਿ ਦਿੰਦੇ ਆਪਾਂ ਪ੍ਰਾਈਵੇਟ ਕੀ, ਸੀਕ੍ਰੇਟ ਕੀ ਵੀ ਕਹਿ ਦਿੰਦੇ ਆ, ਪ੍ਰਾਈਵੇਟ ਕੀ ਵੀ ਕਹਿ ਦਿੰਦੇ ਆ। ਹੁਣ ਇਹਦੇ ਵਿੱਚ ਕੀ ਹੁੰਦਾ, ਜਿਵੇਂ ਮੰਨ ਲਓ ਸਿੰਪਲ ਟੈਕਸਟ ਲਿਖਿਆ ਗਿਆ, ਉਹਦੇ ਵਿੱਚ ਕੋਡ ਭਰਨਾ ਹੈ, ਤਾਂ ਇੱਕ ਐਲਗੋਰਿਥਮ ਯੂਜ਼ ਹੁੰਦਾ ਇਨਕ੍ਰਿਪਸ਼ਨ ਐਲਗੋਰਿਥਮ, ਇਸ ਕੀ ਦੀ ਵਰਤੋਂ ਕਰਕੇ। ਤਾਂ ਇਹ ਕੋਡ ਜਿਹੜਾ ਹੁੰਦਾ, ਇਹ ਜਿਹੜਾ ਟੈਕਸਟ ਹੁੰਦਾ ਸਿੰਪਲ, ਮੰਨ ਲਓ ਜਿਵੇਂ ਹੈਲੋ ਲਿਖਿਆ, ਜਿਹੜਾ ਹੈਲੋ ਚੇਂਜ ਹੋ ਜਾਂਦਾ ਕਿਸੇ ਕੋਡਿੰਗ ਫਾਰਮ ਦੇ ਵਿੱਚ, ਉਹਨੂੰ ਕਹਿ ਦਿੰਦੇ ਸਾਈਫਰ ਟੈਕਸਟ। ਸਾਈਫਰ ਟੈਕਸਟ ਜਦੋਂ ਮੂਵ ਹੁੰਦਾ ਰਾਜੇ ਚੈਨਲ ਦੇ ਵਿੱਚ, ਤਾਂ ਰਿਸੀਵਰ ਸਾਈਡ ਤੇ ਫਿਰ ਕੀ ਕਰਦੇ ਆਪਾਂ, ਡਿਕ੍ਰਿਪਸ਼ਨ ਦਾ ਐਲਗੋਰਿਥਮ ਲਗਾਉਣੇ ਆ ਪ੍ਰਾਈਵੇਟ ਕੀ ਨਾਲ, ਤਾਂ ਫਿਰ ਓਰੀਜਨਲ ਫਾਰਮ ਦੇ ਵਿੱਚ ਆ ਜਾਂਦਾ ਹੈ। ਗੱਲ ਸਮਝ ਆ ਗਈ। ਤਾਂ ਹੁਣ ਇਹਨੇ ਲਿਖਿਆ ਵੀ ਲਿਖਿਆ ਵਿੱਚੋਂ ਕਿਹੜੀ ਜਿਹੜੀ ਹੈਗੀ ਹੈ ਇਹਦੇ ਅੰਡਰ ਨਹੀਂ ਆਉਂਦੀ,
ਤਾਂ ਪਲੇਨ ਟੈਕਸਟ ਦੇ ਅੰਡਰ ਆਉਂਦਾ। ਪਲੇਨ ਟੈਕਸਟ ਆ ਪਿਆ ਦੇਖੋ, ਇਨਕ੍ਰਿਪਸ਼ਨ ਐਲਗੋਰਿਥਮ ਵੀ ਆਉਂਦਾ, ਡਿਕ੍ਰਿਪਸ਼ਨ ਐਲਗੋਰਿਥਮ ਵੀ ਆਉਂਦਾ, ਬਟ ਪਬਲਿਕ ਐਂਡ ਪ੍ਰਾਈਵੇਟ ਕੀ ਨਹੀਂ ਆਉਂਦੀ, ਕਿਉਂਕਿ ਜਿਹੜੀ ਪਬਲਿਕ ਐਂਡ ਪ੍ਰਾਈਵੇਟ ਕੀ ਹੈ ਉਹ ਐਸਿਮੈਟ੍ਰਿਕ ਦੇ ਅੰਡਰ ਆਉਂਦੀ ਹੈ। ਕਿਹਦੇ ਅੰਡਰ ਆਉਂਦੀ ਹੈ? ਐਸਿਮੈਟ੍ਰਿਕ ਇਨਕ੍ਰਿਪਸ਼ਨ ਦੇ ਅੰਡਰ ਆਉਂਦੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਬਲਿਕ ਕ੍ਰਿਪਟੋਗ੍ਰਾਫੀ ਵੀ ਕਹਿ ਦਿੰਦੇ ਆ। ਤਾਂ ਧਿਆਨ ਨਾਲ ਬੇਟੇ ਦਿਮਾਗ ਤੇ ਬੱਤੀਆਂ ਜਗਾ ਕੇ, ਦਿਮਾਗ ਤੋਂ ਬੋਝ ਉਤਾਰ ਕੇ ਪੜ੍ਹਨਾ, ਟੈਨਸ਼ਨ ਫ੍ਰੀ ਹੋ ਕੇ। ਨੈਕਸਟ ਕਹਿੰਦਾ ਜੀ ਬਹੁਤ ਸੌਖਾ ਕੁਐਸਚਨ ਹੈ, ਡੈਸ਼ ਜਨਰੇਸ਼ਨ ਕੰਪਿਊਟਰ ਸਟਾਰਟ ਵਿਦ ਦ ਐਡਵੈਂਟ ਆਫ ਦ ਟ੍ਰਾਂਜ਼ਿਸਟਰ। ਤਾਂ ਕਿਹੜੇ ਜਿਹੜੇ ਜਨਰੇਸ਼ਨ ਦੇ ਕੰਪਿਊਟਰ ਹੈਗੇ ਜਿਹੜੇ ਟ੍ਰਾਂਜ਼ਿਸਟਰ ਨਾਲ ਸ਼ੁਰੂ ਹੋਏ? ਤਾਂ ਸਾਰਾ ਕੁਝ ਪਤਾ ਹੋਣਾ ਚਾਹੀਦਾ ਬੇਟੇ। ਪਹਿਲੇ ਜਿਹੜੇ ਸੀਗੇ ਵੈਕਿਊਮ ਟਿਊਬ ਨਾਲ ਸ਼ੁਰੂ ਹੋਏ ਸੀਗੇ, ਥਰਡ ਵਾਲੇ ਆਈਸੀ ਨਾਲ ਸ਼ੁਰੂ ਹੋਏ ਸੀਗੇ, ਫਿਫਥ ਵਾਲੇ ਕੀ ਸੀਗੇ? ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਨਾਲ ਸ਼ੁਰੂ ਹੋਏ ਸੀਗੇ, ਫੋਰਥ ਵਾਲੇ ਮਾਈਕਰੋ ਪ੍ਰੋਸੈਸਰ ਨਾਲ ਸ਼ੁਰੂ ਹੋਏ ਸੀਗੇ, ਤਾਂ ਸੈਕੰਡ ਵਾਲੇ ਕਿਹਦੇ ਨਾਲ ਸ਼ੁਰੂ ਹੋਏ ਆ ਰਾਜੇ? ਟ੍ਰਾਂਜ਼ਿਸਟਰ ਨਾਲ ਸ਼ੁਰੂ ਹੋਏ ਆ। ਤਾਂ ਸਾਰਾ ਕੁਝ ਯਾਦ ਰੱਖਣਾ। ਦੇਖੋ ਮੈਂ ਤੁਹਾਨੂੰ ਡਾਇਗਰਾਮ ਵੀ ਦਿਖਾ ਦਿੰਦਾ। ਆ ਵੈਕਿਊਮ ਟਿਊਬ ਸੀਗੀ, ਸੈਕੰਡ ਦੇ ਵਿੱਚ ਟ੍ਰਾਂਜ਼ਿਸਟਰ ਆ ਗਿਆ, ਥਰਡ ਦੇ ਵਿੱਚ ਆਈਸੀ ਆ ਗਿਆ ਜਿਹਨੂੰ ਕਹਿੰਦੇ ਨੇ ਇੰਟੀਗ੍ਰੇਟਿਡ ਚਿਪ, ਫੋਰਥ ਦੇ ਵਿੱਚ ਕੀ ਆ ਗਿਆ? ਮਾਈਕਰੋ ਪ੍ਰੋਸੈਸਰ ਜਿਹਨੂੰ ਆਪਾਂ ਕਹਿੰਦੇ ਨੇ VLSI, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ। ਤਾਂ ਫਿਫਥ ਦੇ ਵਿੱਚ ਕੀ ਹੋ ਗਿਆ? ਉਹਦਾ ਸਾਈਜ਼ ਵਧਾਤਾ, ਠੀਕ ਹੈ ਜੀ, ULSI, ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਚਿਪ ਆ ਗਈ, ਜਿਹਨੂੰ ਆਪਾਂ ਮਾਈਕਰੋ ਪ੍ਰੋਸੈਸਰ ਬੋਲਦੇ ਆ। ਨੈਕਸਟ ਚੱਲਦੇ ਹਾਂ ਜੀ ਆਪਾਂ। ਆਹ ਕੁਐਸਚਨ ਬਹੁਤ ਮਿਸਲੇਨੀਅਸ ਹੈ ਬੇਟੇ, ਮੈਂ ਵਾਰ-ਵਾਰ ਕਹਿਣਾ, ਦੇਖੋ ਕੰਪਿਊਟਰ ਇਦਾਂ ਦਾ ਸਬਜੈਕਟ ਹੈਗਾ ਜਿਹਨੂੰ ਆਪਾਂ 4-5 ਸਾਲ ਚ ਵੀ ਲੱਗੇ ਰਹੀਏ ਕਵਰ ਕਰਨ ਤਾਂ ਮਸਾਂ ਹੀ ਕਵਰ ਹੋਊਗਾ, ਹਰੇਕ ਚੀਜ਼ ਕਵਰ ਨਹੀਂ ਹੁੰਦੀ। ਬਟ TCS ਨੇ ਉਹੀ, ਜਿਵੇਂ ਕਹਿ ਦਿੰਦੇ ਆ TCS ਦਾ ਦਿਮਾਗ ਹਿੱਲਿਆ ਹੋਇਆ, ਜਿੱਥੋਂ ਮਰਜ਼ੀ ਚੱਕ ਕੇ ਕੋਈ ਚੀਜ਼ ਪਾ ਦਿੰਦੇ ਆ। ਤਾਂ ਆਹ ਬਿਲਕੁਲ ਇੱਕ ਡਿਫਰੈਂਟ ਟੌਪਿਕ ਹੈ ਜਿਹੜਾ ਕਿ ਬਹੁਤ ਘੱਟ ਆਪਾਂ ਕਵਰ ਕਰਦੇ ਆ। ਹੁਣ ਇਹਨੇ ਪੁੱਛਿਆ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਪੇਅਰ ਆਰ ਕਰੈਕਟ। ਪਹਿਲਾ ਹੈਗਾ ਜੀ ਮਲਟੀਪਲੈਕਸਿੰਗ, ਦੂਜਾ ਹੈਗਾ ਮੋਡੂਲੇਸ਼ਨ। ਹੁਣ ਮਲਟੀਪਲੈਕਸਿੰਗ ਹੁੰਦਾ ਕੀ ਹੈ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ। ਮਲਟੀਪਲੈਕਸਿੰਗ ਕੀ ਹੁੰਦਾ ਬੇਟੇ? ਮਲਟੀਪਲੈਕਸਿੰਗ ਇੱਕ ਟੈਕਨੀਕ ਹੈ। ਮੰਨ ਲਓ ਕਿ ਜਿਵੇਂ ਮੰਨ ਲਓ ਮੈਂ ਡਾਟਾ ਸ਼ੇਅਰ ਕਰਨਾ ਹੈ, ਮੰਨ ਲਓ ਇਹ ਚੈਨਲ 1 ਸੀਗਾ, 2 ਸੀਗਾ, 3 ਸੀਗਾ, 4 ਸੀਗਾ, ਚੈਨਲ ਨਹੀਂ ਮੰਨਣਾ, ਮੰਨ ਲਓ ਯੂਜ਼ਰ 1 2 3 4, ਇਹ ਸਭ ਦਾ ਡਾਟਾ ਮੈਂ ਕੀ ਕਰਨਾ ਇਕੱਠਾ ਇੱਕ ਚੈਨਲ ਤੇ ਕੀ ਕਰਨਾ ਟ੍ਰਾਂਸਮਿਟ ਕਰਨਾ, ਬ੍ਰੌਡਕਾਸਟ ਕਰਨਾ। ਤਾਂ ਦੇਖੋ ਇਹਨੂੰ ਕਹਿ ਦਿੰਦੇ ਆ n of 1, ਮਤਲਬ n ਨੰਬਰ ਆਫ ਚੈਨਲ, ਮਤਲਬ ਕੀ ਸੀਗਾ ਮੇਰੇ ਕੋਲ ਡਾਟਾ ਸੀਗਾ, ਉਹਨੂੰ ਮੈਂ ਕਨਵਰਟ ਕਰਕੇ ਕੀ ਕਰਤਾ ਸਿੰਗਲ ਦੇ ਵਿੱਚ ਕਰਤਾ, ਇਹਨੂੰ ਕਹਿ ਦਿੰਦੇ ਆ ਮਲਟੀਪਲੈਕਸਿੰਗ। ਡੀ ਮਲਟੀਪਲੈਕਸਿੰਗ ਇਸ ਦੇ ਉਲਟ ਹੋ ਗਿਆ, n of 1 ਹੋ ਗਿਆ ਵੀ, ਠੀਕ ਹੈ, ਸੌਰੀ 1 of n ਹੋ ਗਿਆ। ਕਹਿਣ ਦਾ ਮਤਲਬ ਸਿੰਗਲ ਚੈਨਲ ਆ ਰਿਹਾ ਸੀ, ਅੱਗੇ ਮੈਂ ਕੀ ਕੀਤਾ n ਨੰਬਰ ਦੇ ਵਿੱਚ ਕੀ ਕਰਤਾ ਉਹਨੂੰ ਡਿਵਾਈਡ ਕਰਤਾ। ਇਹ ਮਲਟੀਪਲੈਕਸਿੰਗ ਤੇ ਡੀ ਮਲਟੀਪਲੈਕਸਿੰਗ ਹੁੰਦੀ ਹੈ। ਹੁਣ ਇਹ ਵੱਖਰੀ ਵੱਖਰੀ ਹੁੰਦੀ ਹੈ, ਇੱਕ ਹੁੰਦੀ ਹੈ ਫ੍ਰੀਕੁਐਂਸੀ ਡਿਵੀਜ਼ਨ ਮਲਟੀਪਲੈਕਸਿੰਗ, ਇੱਕ ਹੁੰਦੀ ਹੈ TDM ਟਾਈਮ ਡਿਵੀਜ਼ਨ ਮਲਟੀਪਲੈਕਸਿੰਗ, ਠੀਕ ਹੈ ਜੀ, ਇੱਕ ਹੁੰਦੀ ਹੈ ADM, ਠੀਕ ਹੈ, ਐਂਪਲੀਟਿਊਡ ਡਿਵੀਜ਼ਨ ਮਲਟੀਪਲੈਕਸਿੰਗ ਹੁੰਦੀ ਹੈ। ਤਾਂ TDM ਕੀ ਹੋਗੀ? ਟਾਈਮ ਡਿਵੀਜ਼ਨ ਮਲਟੀਪਲੈਕਸਿੰਗ। ਕਹਿਣ ਦਾ ਭਾਵ ਕੀ ਹੈ ਬਿਲਕੁਲ ਠੀਕ ਹੈ। ਬਟ ਜਿਹੜਾ ਮੋਡੂਲੇਸ਼ਨ ਹੋ ਗਿਆ, ਹੁਣ ਮੋਡੂਲੇਸ਼ਨ ਤੁਸੀਂ ਸੁਣਦੇ ਹੋਵੋਗੇ, FM ਸੁਣਦੇ ਹੋ ਨਾ ਫ੍ਰੀਕੁਐਂਸੀ ਮੋਡੂਲੇਸ਼ਨ, AM ਸੁਣਦੇ ਹੋ ਐਂਪਲੀਟਿਊਡ ਮੋਡੂਲੇਸ਼ਨ। ਤਾਂ ਮੋਡੂਲੇਸ਼ਨ ਵੱਖਰੀ ਚੀਜ਼ ਹੈ ਰਾਜੇ। ਮੋਡੂਲੇਸ਼ਨ ਦੀ ਜਿਹੜੀ ਟਾਈਪਸ ਹੁੰਦੀਆਂ ਨੇ ਉਹ ਆ ਹੁੰਦੀਆਂ ਨੇ, ਦੇਖੋ AM ਐਂਪਲੀਟਿਊਡ ਮੋਡੂਲੇਸ਼ਨ, ਫ੍ਰੀਕੁਐਂਸੀ ਮੋਡੂਲੇਸ਼ਨ, ਫੇਸ ਮੋਡੂਲੇਸ਼ਨ। ਤਾਂ ਕਹਿਣ ਦਾ ਭਾਵ ਜਿਹੜਾ ਸੈਕੰਡ ਵਾਲਾ ਹੈਗਾ ਰਾਜੇ TM ਨਾ ਹੁੰਦਾ ਕੋਈ ਵੀ ਨਹੀਂ ਹੁੰਦਾ ਮੋਡੂਲੇਸ਼ਨ, ਤਾਂ ਗਲਤ ਹੈ। ਤਾਂ ਓਨਲੀ 1 ਕਰੈਕਟ ਹੈ। ਤਾਂ ਦੇਖੋ ਕਿੰਨਾ ਟੇਢਾ ਕੁਐਸਚਨ ਪੁੱਛਿਆ, ਤਾਂ ਬਹੁਤ ਊਟ ਪਟਾਂਗ ਪੁੱਛ ਰਿਹਾ। ਤਾਂ ਇਸ ਕਰਕੇ ਆਪਾਂ ਇਹ ਤੱਕ ਨਹੀਂ ਕਹਿ ਸਕਦੇ ਵੀ ਆਪਾਂ 100% ਕਵਰ ਕਰਾਂਗੇ, ਬਟ 95% ਪਲੱਸ ਕਵਰ ਕਰ ਸਕਦੇ ਆਪਾਂ, ਚਿੰਤਾ ਨਹੀਂ ਕਰਨੀ। ਨੈਕਸਟ ਮੂਵ ਕਰਦੇ ਹਾਂ ਰਾਜੇ, ਬਹੁਤ ਸੌਖਾ ਕੁਐਸਚਨ ਹੈ। ਕਹਿੰਦਾ ਜੀ ਫॉर द ਸਮੂਥ ਮੂਵਮੈਂਟ ਆਫ ਦਾ ਮਾਊਸ ਇਟ ਸ਼ੁੱਡ ਬੀ ਕੈਪਟ ਔਨ। ਤਾਂ ਮਾਊਸ ਨੂੰ ਅਗਰ ਤੁਸੀਂ ਮੂਵਮੈਂਟ ਵਧੀਆ ਕਰਨੀ ਹੈ ਤਾਂ ਉਹਦੇ ਵਾਸਤੇ ਕੀ ਕਰਨਾ ਪਊਗਾ? ਆਪਾਂ ਨੂੰ ਮਾਊਸ ਪੈਡ ਰੱਖਣਾ ਪਊਗਾ ਨੀਚੇ, ਕਿਉਂਕਿ ਆਪਣਾ ਜਿਹੜਾ ਸਰਫੇਸ ਹੁੰਦਾ ਹੋ ਸਕਦਾ ਵੀ ਉਹ ਇੰਨਾ ਵਧੀਆ ਨਾ ਹੋਵੇ, ਰਫ ਹੋਵੇ, ਤਾਂ ਪਲੇਨ ਸਰਫੇਸ ਚਾਹੀਦਾ ਹੈ, ਉਹਦੇ ਵਾਸਤੇ ਆਪਾਂ ਮਾਊਸ ਪੈਡ ਯੂਜ਼ ਕਰਦੇ ਹਾਂ ਰਾਜੇ। ਸੌਖਾ ਕੁਐਸਚਨ ਸੀਗਾ। ਨੈਕਸਟ ਆ ਗਿਆ ਜੀ ਆਪਣਾ HTTP। ਰਾਜੇ ਪ੍ਰੋਟੋਕਾਲ ਪੜਾਏ ਹੋਏ ਆ ਮੈਂ ਸਾਰੇ। HTTP ਦੋ ਤਰ੍ਹਾਂ ਦਾ ਹੁੰਦਾ, ਇੱਕ HTTP ਹੁੰਦਾ, ਇੱਕ ਹੁੰਦਾ HTTPS ਹੁੰਦਾ। S ਹੁੰਦਾ ਸਿਕਿਉਰ ਵਾਸਤੇ, ਇਹਨੂੰ ਕਹਿ ਦਿੰਦੇ ਆ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ। ਕੀ ਕਹਿ ਦਿੰਦੇ ਆ? ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ ਕਹਿ ਦਿੰਦੇ ਆ, ਠੀਕ ਹੈ ਜੀ। ਪ੍ਰੋਟੋਕਾਲ ਤੁਹਾਨੂੰ ਦੱਸਿਆ ਹੋਇਆ ਸੈੱਟ ਆਫ ਰੂਲ ਹੁੰਦੇ ਆ। ਟੈਕਸਟ ਮੰਨ ਲਓ ਆਪਾਂ ਕੋਈ ਚੈਟਿੰਗ ਕਰਦੇ ਆ, ਕੋਈ ਜੀਮੇਲ ਤੇ ਕੁਝ ਲਿਖ ਰਹੇ ਆ, ਕੁਝ ਗੂਗਲ ਤੇ ਲਿਖ ਰਹੇ ਆ, ਉਹ ਸਾਰਾ ਇਸ ਦੇ ਥਰੂ ਚੱਲੂਗਾ, ਪ੍ਰੋਟੋਕਾਲ ਦੇ ਥਰੂ ਚੱਲੂਗਾ। ਐਸ ਦਾ ਮਤਲਬ ਸਿਕਿਉਰ ਹੈ। ਆਪਾਂ ਕੋਈ ਬੈਂਕ ਦੀ ਵੈਬਸਾਈਟ ਖੋਲ ਲਈਏ, ਪੇਟੀਐਮ ਖੋਲ ਲਈਏ, ਗੂਗਲ ਪੇ ਖੋਲ ਲਓ, ਉੱਥੇ ਐਸ ਲਿਖਿਆ ਆਊਗਾ ਕਿਉਂਕਿ ਉਹ ਸਿਕਿਉਰ ਹੁੰਦਾ ਹੈ। ਹੁਣ ਕਹਿੰਦਾ ਵੀ ਲਿਖਿਆ ਵਿੱਚੋਂ ਕਿਹੜੀ ਸਟੇਟਮੈਂਟ ਇਨਕਰੈਕਟ ਹੈ? ਪਹਿਲਾਂ ਆਪਾਂ ਦੂਜੀਆਂ ਸਟੇਟਮੈਂਟ ਪੜ੍ਹਦੇ ਹਾਂ। ਕਹਿੰਦਾ ਜੀ HTTP ਕੈਨ ਯੂਜ਼ ਦਾ ਸਰਵਿਸਿਜ਼ ਆਫ ਦਾ TCP IP ਫॉर ਦਾ ਕਮਿਊਨੀਕੇਸ਼ਨ ਆਫ ਦਾ ਰਿਲਾਈਏਬਲ ਇਨਫੋਰਮੇਸ਼ਨ ਓਵਰ ਦਾ ਇੰਟਰਨੈਟ। ਇੰਟਰਨੈਟ ਤੇ ਕੋਈ ਵੀ ਚੀਜ਼ ਟਰਾਂਸਪੋਰਟ ਕਰਨੀ ਹੈ ਇੱਕ ਚੈਨਲ ਤੋਂ ਦੂਜੇ ਚੈਨਲ ਦੇ ਵਿੱਚ, ਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ, ਆਪਾਂ ਨੂੰ ਹਮੇਸ਼ਾ ਇਸ ਪ੍ਰੋਟੋਕਾਲ ਦੀ ਲੋੜ ਪਊਗੀ, ਕਿਉਂਕਿ ਇਹ ਕੀ ਹੈ? ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਤੇ IP ਪ੍ਰੋਟੋਕਾਲ। ਇਹ ਬਿਲਕੁਲ ਠੀਕ ਹੈ। ਕਹਿੰਦਾ ਜੀ ਵਾਇਸ ਓਵਰ IP, ਜਿਹਨੂੰ ਆਪਾਂ ਕਹਿ ਦਿੰਦੇ ਆ VoIP, ਠੀਕ ਹੈ ਜੀ, ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ। ਕਹਿੰਦਾ ਐਪਲੀਕੇਸ਼ਨ ਰਿਕੁਆਇਰ ਰੀਅਲ ਟਾਈਮ ਟ੍ਰਾਂਸਫਰ ਆਫ ਵਾਇਸ ਡਾਟਾ। ਰੀਅਲ ਟਾਈਮ ਤਾਂ ਹੁੰਦਾ ਬੇਟੇ ਜਿਵੇਂ ਹੁਣ ਆਪਾਂ ਕਿਸੇ ਨੂੰ ਵੀਡੀਓ ਕਾਲ ਕਰਦੇ ਆ, ਉਹ ਆਪਾਂ ਨੂੰ ਐਂ ਲੱਗਦਾ ਆਪਣੇ ਸਾਹਮਣੇ ਬੈਠਾ। ਜੇ ਰੀਅਲ ਟਾਈਮ ਨਹੀਂ ਕਰ ਰਹੇ ਤਾਂ ਮੰਨ ਲਓ ਮੈਂ ਕੋਈ ਗੱਲ ਕਹਿ ਰਿਹਾ, ਉਹਦੇ ਕੋਲ ਲੇਟ ਪਹੁੰਚ ਰਹੀ ਹੈ, ਆਪਣੀ ਕਮਿਊਨੀਕੇਸ਼ਨ ਨਹੀਂ ਹੋਊਗੀ, ਤਾਂ ਰੀਅਲ ਟਾਈਮ ਹੀ ਹੁੰਦਾ ਡਾਟਾ, ਠੀਕ ਹੈ, ਓਕੇ ਹੈ। ਅੱਗੇ ਕਹਿੰਦਾ ਜੀ ਰੀਅਲ ਟਾਈਮ ਟਰਾਂਸਪੋਰਟ ਪ੍ਰੋਟੋਕਾਲ ਹੈਜ਼ ਬੀਨ ਡਿਜ਼ਾਈਨਡ ਫॉर ਦਾ VoIP, ਬਿਲਕੁਲ ਠੀਕ ਹੈ। ਤਾਂ ਜਿਹੜੀ ਗਲਤ ਪੁੱਛੀ ਉਹਨੇ, ਇਨਕਰੈਕਟ ਪੁੱਛੀ ਹੈ,
ਤਾਂ ਇੱਕ ਨੰਬਰ ਵਾਲੀ ਇਨਕਰੈਕਟ ਹੈ। ਉਹਦਾ ਕਾਰਨ ਕੀ ਹੈ? ਕਹਿੰਦਾ ਜੀ HTTP is suitable for the application that require large amount of data transfer। ਤਾਂ ਕਹਿੰਦਾ ਜੀ ਜ਼ਰੂਰੀ ਨਹੀਂ ਹੈਗਾ। HTTP ਹਰੇਕ ਵਾਸਤੇ ਯੂਜ਼ ਹੁੰਦਾ, ਚਾਹੇ ਤੁਸੀਂ ਸਿੰਗਲ ਟੈਕਸਟ ਭੇਜਣਾ ਹੈ, ਚਾਹੇ ਕੋਈ ਫਾਈਲ ਭੇਜਣੀ ਹੈ। ਮਤਲਬ ਕਹਿਣ ਦਾ ਮਤਲਬ ਟੈਕਸਟ ਲਾਰਜ ਅਮਾਉਂਟ ਵਿੱਚ ਭੇਜਣਾ ਹੈ। ਫਾਈਲ ਵਾਸਤੇ ਤਾਂ ਵੈਸੇ FTP ਹੁੰਦਾ, ਬਟ ਮੈਂ ਟੈਕਸਟ ਦੀ ਗੱਲ ਕਰਦਾ। ਜੇ ਲਾਰਜ ਅਮਾਉਂਟ ਦੇ ਵਿੱਚ ਟੈਕਸਟ ਭੇਜਣਾ ਤਾਂ ਵੀ ਤੁਹਾਡੀ ਕੀ ਯੂਜ਼ ਹੋਊਗਾ ਰਾਜੇ? HTTP ਯੂਜ਼ ਹੀ ਹੋਊਗਾ। ਇਹ ਕੋਈ ਮੈਟਰ ਨਹੀਂ ਕਰਦਾ ਡਾਟਾ ਘੱਟ ਹੈ ਕਿ ਵੱਧ ਹੈ। ਤੇ ਇਨਕਰੈਕਟ ਕਿਹੜੀ ਹੋਗੀ? 1 ਵਾਲੀ ਹੋਗੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਕਹਿੰਦਾ ਜੀ MS Excel 2019 ਕਹਿੰਦਾ ਜੀ which shortcut key is used to extend the selection of a cell to the last used cell on the worksheet। ਬੜਾ ਟੇਢਾ ਕੁਐਸਚਨ ਪੁੱਛਿਆ, ਇੱਥੇ ਦਾ ਆਨਸਰ ਗਲਤ ਦਿੱਤਾ ਹੋਇਆ ਬੇਟੇ। ਇਹ ਆਬਜੈਕਸ਼ਨ ਦੇ ਵਿੱਚ ਸੀਗਾ ਕੁਐਸਚਨ, ਇਹਦਾ ਆਨਸਰ ਬਣਦਾ ਕੰਟਰੋਲ ਸ਼ਿਫਟ ਪਲੱਸ ਐਂਡ। ਹੁਣ ਹੁੰਦਾ ਕੀ ਹੈ, ਚਲੋ ਤੁਹਾਨੂੰ ਥੋੜਾ ਦਿਖਾ ਦਿੰਦੇ ਆ ਕਿਉਂਕਿ ਪ੍ਰੈਕਟੀਕਲ ਤੋਂ ਬਿਨਾ ਸਮਝ ਨਹੀਂ ਆਉਣਾ। ਕੁਐਸਚਨ ਹੀ ਬਹੁਤ ਟੇਢਾ ਪੁੱਛਿਆ। ਹੁਣ ਮੈਂ ਦੇਖੋ MS Excel ਦਾ ਆ ਲੈ ਲੈਣਾ, ਠੀਕ ਹੈ। ਦੇਖੋ ਕੀ ਕਹਿ ਰਿਹਾ ਰਾਜੇ। ਹੁਣ ਮੰਨ ਲਓ ਮੈਂ ਇੱਥੇ ਇੱਕ ਯੂਜ਼ ਮੰਨ ਲਓ ਆ ਦੇਖੋ ਮੈਂ ਇੱਥੇ ਲਿਖ ਦਿੰਦਾ, ਇੱਕ ਨੰਬਰ ਲਿਖ ਦਿੰਦਾ 55, ਠੀਕ ਹੈ। ਇਹਨੂੰ ਮੈਂ ਥੋੜਾ ਜਿਹਾ ਵੱਡਾ ਕਰ ਦਿੰਦਾ, ਤੁਹਾਨੂੰ ਦਿਖ ਜੂਗਾ 55 ਮੈਂ ਕਰ ਦਿੰਦਾ, ਠੀਕ ਹੈ। ਹੁਣ ਮੈਂ ਇੱਥੇ ਖੜਾ ਰਾਜੇ, ਇੱਥੇ ਮੈਂ ਹੁਣ ਸਿਲੈਕਸ਼ਨ ਕਰਨੀ ਆ। ਸਿਲੈਕਸ਼ਨ ਇੱਕ ਤਾਂ ਮੈਨੂਅਲੀ ਕਰ ਸਕਦੇ ਆਪਾਂ, ਐਂ ਕਰ ਸਕਦੇ ਆ, ਬਟ ਮੈਨੂੰ ਪਤਾ ਨਹੀਂ ਵੀ ਵਰਕਸ਼ੀਟ ਦੇ ਵਿੱਚ ਲਾਸਟ ਮੈਂ ਜਿਹੜਾ ਯੂਜ਼ ਕੀਤਾ ਸੈੱਲ ਕਿਹੜਾ ਕੀਤਾ। ਮੰਨ ਲਓ ਮੈਂ ਕਿਹੜਾ ਯੂਜ਼ ਕੀਤਾ, O7 ਕੀਤਾ ਯੂਜ਼। ਜੇ ਮੈਂ ਆ ਸ਼ਾਰਟਕਟ ਕੀ ਵਰਤੂੰਗਾ, ਕੰਟਰੋਲ ਸ਼ਿਫਟ ਪਲੱਸ ਐਂਡ, ਇਹ ਆਪਣੇ ਆਪ ਸਿਲੈਕਟ ਕਰ ਦੂਗਾ। ਦੇਖੋ ਕੰਟਰੋਲ ਸ਼ਿਫਟ ਪਲੱਸ ਮੈਂ ਐਂਡ ਨੱਪੂਗਾ, ਠੀਕ ਹੈ ਜੀ। ਕੀ ਹੋ ਜਾਊਗਾ? ਇਹ ਆਪਣੇ ਆਪ ਕੀ ਹੋ ਜਾਊਗਾ ਰਾਜੇ? ਸਾਰਾ ਸਿਲੈਕਟ ਹੋ ਜਾਊਗਾ। ਤਾਂ ਦੇਖੋ ਸਿਲੈਕਟ ਹੋ ਗਿਆ, 55 ਤੱਕ ਆਪਣੇ ਆਪ ਹੋ ਗਿਆ। ਮੰਨ ਲਓ ਲਾਸਟ ਸੈੱਲ ਯੂਜ਼ ਕੀਤਾ ਹੁੰਦਾ ਮੈਂ ਆਹ 88, ਠੀਕ ਹੈ। ਹੁਣ ਦੇਖੋ ਜੇ ਮੈਂ ਇੱਥੇ ਫੇਰ ਕਰੂੰਗਾ ਕੰਟਰੋਲ ਸ਼ਿਫਟ ਪਲੱਸ ਐਂਡ ਕਰੂੰਗਾ, ਤਾਂ ਇਹਨੇ ਕੀ ਕਰਨਾ ਰਾਜੇ? 88 ਤੱਕ ਕੀ ਕਰ ਲੈਣਾ? ਸਿਲੈਕਟ ਕਰ ਲੈਣਾ। ਤਾਂ ਕਹਿਣ ਦਾ ਮਤਲਬ ਕੁਐਸਚਨ ਦੇ ਵਿੱਚ ਕਹਿ ਕੀ ਰਿਹਾ ਉਹ? ਕਹਿੰਦਾ ਜੀ ਕਿਹੜੀ ਸ਼ਾਰਟਕਟ ਕੀ ਹੈ ਜਿਹੜੀ ਐਕਸਟੈਂਡ ਕਰ ਦਿੰਦੀ ਹੈ ਸਿਲੈਕਸ਼ਨ ਨੂੰ, ਜਿਹੜਾ ਕਿ ਲਾਸਟ ਸੈੱਲ ਆਪਾਂ ਯੂਜ਼ ਕੀਤਾ ਹੋਇਆ ਵਰਕਸ਼ੀਟ ਦੇ ਵਿੱਚ। ਤਾਂ ਉਹ ਕਿਹੜੀ ਹੈਗੀ ਹੈ ਰਾਜੇ? ਕੰਟਰੋਲ ਸ਼ਿਫਟ ਤੇ ਐਂਡ ਹੈਗੀ ਹੈ। ਇੱਥੇ ਆਨਸਰ ਗਲਤ ਕੀਤਾ ਹੋਇਆ ਹੈ। ਨੈਕਸਟ ਚੱਲਦੇ ਹਾਂ ਜੀ, ਆਪਾਂ ਮੂਵ ਕਰਦੇ ਹਾਂ। ਫਿਰ VoIP ਕਮਿਊਨੀਕੇਸ਼ਨ ਤੋਂ ਗੱਲ ਆ ਗਈ ਹੈ। ਹੁਣ ਜਿਹੜਾ VoIP ਕਮਿਊਨੀਕੇਸ਼ਨ ਹੈ ਬੇਟੇ, ਵੈਸੇ ਤਾਂ ਆਪਣੇ ਮੋਬਾਈਲ ਦੇ ਵਿੱਚ ਵੀ ਚੱਲਦਾ ਹੈ, ਕਿਉਂਕਿ ਮੋਬਾਈਲ ਦੇ ਵਿੱਚ ਆਪਣੇ ਕੋਲੇ ਇੰਟਰਨੈਟ ਹੁੰਦਾ ਹੈ, ਆਪਾਂ ਵੀਡੀਓ ਕਾਲ ਵੀ ਕਰਦੇ ਹਾਂ। ਬਟ ਆਪਣੇ ਕੋਲ ਇੱਕ ਸਪੈਸ਼ਲ ਫੋਨ ਵੀ ਹੁੰਦੇ ਆ ਰਾਜੇ, ਇਹਨੂੰ ਕਹਿ ਦਿੰਦੇ ਆ VoIP ਫੋਨ। ਲੈਂਡਲਾਈਨ ਫੋਨ ਹੁੰਦੇ ਆ, ਥੋੜੇ ਜਿਹੇ ਐਡਵਾਂਸ ਹੁੰਦੇ ਆ। ਪਹਿਲੀ ਗੱਲ ਕੀ ਕਹਿੰਦਾ ਜੀ? ਕਹਿੰਦਾ ਟੈਲੀਫੋਨ ਨੰਬਰ ਕੈਨ ਨਾਟ ਬੀ ਸਟੋਰਡ ਇਨ ਦਾ VoIP ਫੋਨ ਮੈਮਰੀ। ਨਹੀਂ ਜੀ ਨਹੀਂ, ਇਹਦੇ ਚ ਫੋਨ ਮੈਮਰੀ ਹੁੰਦੀ ਹੈ, ਇਹ ਚ ਨੰਬਰ ਸਟੋਰ ਹੁੰਦਾ ਹੈ। ਤਾਂ ਪਹਿਲੀ ਸਟੇਟਮੈਂਟ ਕੀ ਹੋਗੀ? ਗਲਤ ਹੋਗੀ। ਸੈਕੰਡ ਕਹਿੰਦਾ ਜੀ ਯੂ ਕੈਨ ਨਾਟ ਪੁੱਟ ਦਾ ਫੋਨ ਔਨ ਹੋਲਡ। ਭਾਈ ਹੋਲਡ ਰੱਖ ਸਕਦੇ ਆ ਆਪਾਂ, ਕੋਈ ਚੱਕਰ ਨਹੀਂ ਹੈਗਾ, ਇਹ ਵੀ ਗਲਤ ਹੋਗੀ। ਉਹਨੇ ਪੁੱਛਿਆ ਸੀ ਕਰੈਕਟ, ਤਾਂ ਨਾ ਤਾਂ 1 ਨੰਬਰ ਕਰੈਕਟ ਹੈ ਨਾ 2 ਨੰਬਰ ਕਰੈਕਟ ਹੈ, ਦੋਨੇ ਗਲਤ ਲਿਖੀਆਂ ਹੋਈਆਂ ਨੇ। ਨੈਕਸਟ ਮੂਵ ਕਰਦੇ ਹਾਂ ਆਪਾਂ। ਆ ਕੁਐਸਚਨ ਆਇਆ ਜੀ ਜਨਰੇਸ਼ਨ ਤੋਂ। ਜਨਰੇਸ਼ਨ ਦੇ ਵਿੱਚ ਮੈਂ ਸਾਰਾ ਕੁਝ ਕਰਵਾਇਆ ਹੋਇਆ, ਕਿਹੜਾ ਕੰਪਿਊਟਰ ਕਦੋਂ ਆਇਆ ਸੀਗਾ। ਕਹਿੰਦਾ ਅਗਰ ਆਪਾਂ ਡਿਜੀਟਲ ਇਕਵਿਪਮੈਂਟ ਦੀ ਗੱਲ ਕਰੀਏ, ਕਹਿੰਦਾ ਜੀ ਇੱਕ ਕਮਰਸ਼ੀਅਲ ਅਵੇਲੇਬਲ ਸੀਗਾ ਮਿਨੀ ਕੰਪਿਊਟਰ 1965 ਦੇ ਵਿੱਚ। ਤਾਂ 1965 ਜਿਵੇਂ 1964 ਦੇ ਲਗਭਗ ਕਿਹੜੀ ਜਨਰੇਸ਼ਨ ਚੱਲਦੀ ਹੈ? 3rd ਜਨਰੇਸ਼ਨ ਚੱਲਦੀ ਹੈ। ਤਾਂ ਕਹਿੰਦਾ ਜੀ ਕਿਹੜਾ ਕੰਪਿਊਟਰ ਆਇਆ ਸੀਗਾ? ਤਾਂ ਉਹ ਆਇਆ ਸੀ PDP 8। ਵੈਸੇ ਮੈਂ PDP ਉੱਥੇ PDP 2 ਕਰਵਾਇਆ ਹੋਇਆ, PDP 2 ਕਰਵਾਇਆ ਹੋਇਆ, ਇੱਕ PDP 11 ਕਰਵਾਇਆ ਹੋਇਆ। ਤਾਂ PDP ਸੀਰੀਜ਼ ਜਿਹੜੀ ਆਈ ਸੀਗੀ ਰਾਜੇ 3rd ਜਨਰੇਸ਼ਨ ਦੇ ਵਿੱਚ ਆਈ ਸੀਗੀ, ਠੀਕ ਹੈ, PDP 8। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ। ਦੇਖੋ ਇਹ ਨਹੀਂ ਹੈਗਾ ਹੁਣ ਆਪਾਂ ਕਿੰਨਾ ਕੁ ਕਵਰ ਕਰ ਲਾਂਗੇ, ਆਪਾਂ ਕਿੰਨੇ ਕੁ ਯਾਦ ਰੱਖ ਲਾਂਗੇ, ਪਰ ਮੋਸਟ ਇੰਪੋਰਟੈਂਟ ਜਿਹੜੇ ਹੈਗੇ ਉਹ ਮੈਂ ਆਲਰੇਡੀ ਕਵਰ ਕਰਵਾਏ ਹੋਏ ਆ ਜਨਰੇਸ਼ਨ ਦੇ ਵਿੱਚ। ਅੱਗੇ ਆ ਗਿਆ ਜੀ, ਦਾ ਡੈਸ਼ ਅਮਾਊਂਟ ਆਫ ਵਰਕ ਐਂਡ ਆਪਰੇਟਿੰਗ ਸਿਸਟਮ ਇਜ਼ ਏਬਲ ਟੂ ਡੂ ਪਰ ਯੂਨਿਟ ਟਾਈਮ। ਉਹਨੂੰ ਕਹਿ ਦਿੰਦੇ ਥਰੂਪੁੱਟ। ਹੁਣ ਇਹਦਾ ਮਤਲਬ ਕੀ ਹੁੰਦਾ ਰਾਜੇ? ਟਰਨ ਅਰਾਊਂਡ ਟਾਈਮ ਵੀ ਹੁੰਦਾ ਹੈ, ਰਿਸਪੌਂਸ ਟਾਈਮ ਵੀ ਹੁੰਦਾ ਹੈ, ਸੈਸ ਟਾਈਮ ਵੀ ਹੁੰਦਾ ਹੈ। ਥਰੂਪੁੱਟ ਦਾ ਮਤਲਬ ਹੁੰਦਾ ਕਿ ਮੰਨ ਲਓ ਮੈਂ ਤੁਹਾਨੂੰ ਕੋਈ ਕੰਮ ਦੇਤਾ, ਮੈਂ ਤੁਹਾਨੂੰ ਮੰਨ ਲਓ ਕਿ ਮੈਂ ਤੁਹਾਨੂੰ ਇੱਕ ਸਵਾਲ ਦੇਤਾ, ਮੈਂ ਤੁਹਾਨੂੰ ਕਿਹਾ ਵੀ ਮੈਂ ਤੁਹਾਨੂੰ ਮਤਲਬ ਇੱਕ ਸਵਾਲ ਦੇਤਾ, ਤੁਸੀਂ ਮੰਨ ਲਓ 1 ਵਜੇ ਸ਼ੁਰੂ ਕੀਤਾ ਸਵਾਲ ਤੇ 1:10 ਤੇ ਖਤਮ ਕਰਤਾ। ਜਿੰਨਾ ਤੁਸੀਂ ਟਾਈਮ ਲੈ ਰਹੇ ਹੋ ਇਹਨੂੰ ਕਰਨ ਦੇ ਵਿੱਚ, ਉਹਨੂੰ ਕਹਿ ਦਾਂਗੇ ਥਰੂਪੁੱਟ। ਕੀ ਕਹਿ ਦਾਂਗੇ? ਥਰੂਪੁੱਟ ਕਹਿ ਦਾਂਗੇ। ਬਟ ਐਂ ਨਹੀਂ ਸਮਝ ਆਉਣਾ ਆਪਾਂ ਨੂੰ, ਇਹਨੂੰ ਆਪਾਂ ਥੋੜਾ ਜਿਹਾ ਡਿਟੇਲ ਚ ਕਰਦੇ ਹਾਂ। ਦੇਖੋ CPU ਜਿਹੜਾ ਹੁੰਦਾ ਰਾਜੇ, ਮੈਂ ਇੱਕ CPU ਸ਼ਡਿਊਲਿੰਗ ਕਰਵਾਈ ਹੋਈ ਹੈ, ਉਹ ਜ਼ਰੂਰ ਪੜ੍ਹ ਲਿਓ। CPU ਯੂਟਿਲਾਈਜੇਸ਼ਨ ਦਾ ਮਤਲਬ ਹੁੰਦਾ ਕਿ ਆਪਾਂ ਜਿੰਨਾ CPU ਨੂੰ ਬਿਜ਼ੀ ਰੱਖਾਂਗੇ ਉਨਾ ਹੀ ਵੱਧ ਪਰਫਾਰਮੈਂਸ ਆਊਗੀ ਆਪਣੇ ਕੰਪਿਊਟਰ ਦੀ। ਜਿੰਨਾ ਹੁਣ ਕੰਪਿਊਟਰ ਮੰਨ ਲਓ ਕੰਮ ਕਰ ਰਿਹਾ, ਉਹਨੂੰ ਆਪਾਂ ਬਿਜ਼ੀ ਰੱਖਣਾ, ਮੰਨ ਲਓ ਕੋਈ ਨਾ ਕੋਈ ਕੰਮ ਉਹ ਤੋਂ ਲਈ ਜਾਣਾ, ਉਹਨੂੰ ਕਹਿ ਦਿੰਦੇ CPU ਯੂਟਿਲਾਈਜੇਸ਼ਨ ਕਹਿ ਦਿੰਦੇ ਆ। ਥਰੂਪੁੱਟ ਤੁਹਾਨੂੰ ਮੈਂ ਦੱਸਤਾ ਰਾਜੇ, ਕਹਿੰਦਾ ਦਾ ਪ੍ਰੋਸੈਸਿਸ ਦੈਟ ਕੰਪਲੀਟ देयर ਐਗਜ਼ੀਕਿਊਸ਼ਨ ਪਰ ਟਾਈਮ ਯੂਨਿਟ, ਜਾਂ ਪਰ ਯੂਨਿਟ ਟਾਈਮ ਕਹਿ ਲਓ, ਕਿ ਇੱਕ ਟਾਈਮ ਯੂਨਿਟ ਦੇ ਵਿੱਚ ਜਿੰਨਾ ਪ੍ਰੋਸੈਸ ਕੰਪਲੀਟ ਹੋਣ ਵਾਸਤੇ ਟਾਈਮ ਲੈ ਰਿਹਾ ਉਹਨੂੰ ਕਹਿ ਦਿੰਦੇ ਥਰੂਪੁੱਟ। ਇੱਕ ਹੁੰਦਾ ਟਰਨ ਅਰਾਊਂਡ ਟਾਈਮ। ਇਹ ਹੁੰਦਾ ਹੈ ਵੀ ਟਰਨ ਅਰਾਊਂਡ ਟਾਈਮ ਦਾ ਮਤਲਬ ਇਹ ਹੁੰਦਾ ਹੈ ਕਿ ਮੰਨ ਲਓ ਤੁਹਾਨੂੰ ਮੈਂ ਇੱਕ ਕੰਮ ਦਿੱਤਾ 1 ਵਜੇ, ਤੁਸੀਂ ਉਹ ਕੰਮ ਕੀਤਾ 2 ਵਜੇ ਤੱਕ। ਤਾਂ 1 ਵਜੇ ਜਦੋਂ ਮੈਂ ਟਾਈਮ ਮਤਲਬ ਕਿ ਉਹ ਸਬਮਿਟ ਕੀਤਾ ਸੀ, ਤੁਹਾਨੂੰ ਮੈਂ ਦਿੱਤਾ ਸੀ ਕੰਮ, ਤਾਂ ਉਸ ਤੋਂ ਲੈ ਕੇ 2 ਵਜੇ ਤੱਕ ਜਿੰਨਾ ਕੰਮ ਮਤਲਬ ਤੁਸੀਂ ਕੰਮ ਕੀਤਾ, ਜਿੰਨੇ ਟਾਈਮ ਦੇ ਵਿੱਚ ਕੀਤਾ, ਉਹ ਜਿਹੜਾ ਟਾਈਮ ਹੋਊਗਾ ਰਾਜੇ ਉਹ ਤੁਹਾਡਾ ਕੀ ਬਣ ਜਾਊਗਾ? ਟਰਨ ਅਰਾਊਂਡ ਟਾਈਮ ਬਣ ਜਾਊਗਾ। ਉਹਦੇ ਵਿੱਚ ਸਬਮਿਸ਼ਨ ਵੀ ਹੋਊਗੀ। ਹੁਣ ਮੰਨ ਲਓ ਮੈਂ 1 ਵਜੇ ਕੰਮ ਦਿੱਤਾ, ਕਿਸੇ ਨੇ 2 ਵਜੇ ਸ਼ੁਰੂ ਕੀਤਾ, ਕਿਸੇ ਨੇ 2:10 ਤੇ ਸ਼ੁਰੂ ਕੀਤਾ, ਚਾਹੇ 2:15 ਤੇ ਸ਼ੁਰੂ ਕੀਤਾ, ਪਰ ਜਦੋਂ ਮੈਂ ਸਬਮਿਟ ਕਰਤਾ ਮੈਂ ਟਾਈਮ ਕਾਊਂਟ ਉੱਥੇ ਸ਼ੁਰੂ ਕਰ ਦੇਣਾ। ਥਰੂਪੁੱਟ ਦੇ ਵਿੱਚ ਇਹਦੇ ਵਿੱਚ ਇਹੀ ਫਰਕ ਹੈ
ਕਿ ਜਦੋਂ ਮੈਂ ਸਬਮਿਟ ਕਰਤਾ ਕੋਈ ਚੀਜ਼, ਉਹ ਤੋਂ ਲੈ ਕੇ ਜਦ ਤੱਕ ਉਹ ਕੰਪਲੀਟ ਨਹੀਂ ਹੁੰਦਾ, ਉਹ ਟਾਈਮ ਜਿਹੜਾ ਹੋਊਗਾ ਉਹਨੂੰ ਕਹਿ ਦਾਂਗੇ ਟਰਨ ਅਰਾਊਂਡ ਟਾਈਮ। ਹੁਣ ਕੰਪਿਊਟਰ ਦੇ ਵਿੱਚ ਕੀ ਹੁੰਦਾ ਰਾਜੇ, ਤੁਹਾਨੂੰ ਮੈਂ ਦੱਸਿਆ ਹੀ ਹੋਇਆ, ਰੈਮ ਦੇ ਵਿੱਚ ਇੱਕ ਟਾਈਮ ਤੇ ਇੱਕ ਕੰਮ ਹੁੰਦਾ। ਮੰਨ ਲਓ ਇੱਕ ਕੰਮ ਹੋ ਰਿਹਾ ਸੀ, ਸੈਕੰਡ ਨੰਬਰ ਕੰਮ ਕੀ ਹੋ ਗਿਆ, ਵੇਟ ਕਰ ਰਿਹਾ। ਤਾਂ ਜਦੋਂ ਮੈਂ ਉਹਨੂੰ ਇੱਥੇ ਮਤਲਬ ਸਬਮਿਟ ਕਰਤਾ ਕੰਪਿਊਟਰ ਨੂੰ, ਉਸ ਤੋਂ ਲੈ ਕੇ ਜਦੋਂ ਤੱਕ ਕੰਪਲੀਟ ਨਹੀਂ ਹੁੰਦਾ, ਚਾਹੇ ਇਹਨੇ ਵੇਟ ਕੀਤੀ, ਚਾਹੇ ਇਹਨੇ ਕੰਪਲੀਟ ਹੋਣ ਵਾਸਤੇ ਟਾਈਮ ਲਿਆ, ਸਾਰਾ ਟਾਈਮ ਕੀ ਹੋਊਗਾ, ਕਾਊਂਟ ਕਰੂਗਾ, ਉਹਨੂੰ ਕਹਿੰਦੇ ਟਰਨ ਅਰਾਊਂਡ ਟਾਈਮ। ਵੇਟਿੰਗ ਟਾਈਮ ਹੋ ਗਿਆ ਜਿੰਨ ਤੱਕ ਇਹ ਪ੍ਰੋਸੈਸ ਚੱਲ ਰਿਹਾ, ਇਹ ਵੇਟ ਕਰ ਰਿਹਾ, ਇਹਨੂੰ ਕਹਿ ਦਾਂਗੇ ਵੇਟਿੰਗ ਟਾਈਮ। ਠੀਕ ਹੈ ਜੀ, ਕੀ ਕਹਿ ਦਾਂਗੇ, ਵੇਟਿੰਗ ਟਾਈਮ ਕਹਿ ਦਾਂਗੇ। ਠੀਕ ਹੈ। ਰਿਸਪੌਂਸ ਟਾਈਮ ਹੁੰਦਾ, ਦੇਖੋ ਤੁਹਾਨੂੰ ਮੈਂ ਇੱਕ ਸਿੰਪਲ ਐਗਜ਼ਾਮਪਲ ਦੱਸਦਾ। ਮੰਨ ਲਓ ਇੱਕ ਟੀਚਰ ਸੀਗਾ, ਟੀਚਰ ਆ ਬੈਠਾ, ਇੱਕ ਸਟੂਡੈਂਟ ਟੀਚਰ ਤੋਂ ਪੜ੍ਹ ਰਿਹਾ, ਸਿਰਫ ਇੱਕ ਟੀਚਰ ਇੱਕ ਸਟੂਡੈਂਟ ਨੂੰ ਪੜ੍ਹਾ ਰਿਹਾ, ਇੱਕ ਬੱਚਾ ਹੋਰ ਆਇਆ, ਉਹਨੇ ਦੇਖਿਆ ਸਰ ਬਿਜ਼ੀ ਨੇ, ਉਹ ਬਾਹਰ ਖੜਾ ਹੋ ਗਿਆ। ਤਾਂ ਸਾਰੇ ਹਜੇ ਇਹਨੂੰ ਪੜ੍ਹਾ ਰਹੇ ਨੇ, ਇਹ ਵੇਟ ਕਰ ਰਿਹਾ, ਇਹਨੂੰ ਕਹਿੰਦਾ ਵੇਟਿੰਗ ਟਾਈਮ, ਇਹ ਵੇਟਿੰਗ ਕਿਊ ਦੇ ਵਿੱਚ ਹੈ, ਇਹ ਵੇਟ ਕਰ ਰਿਹਾ। ਜਦੋਂ ਟੀਚਰ ਨੇ ਇਹਨੂੰ ਦੇਖਿਆ, ਇਹਨੂੰ ਬੱਚੇ ਨੂੰ ਕਹਿਤਾ ਸਰ ਟੀਚਰ ਨੇ ਕਿ ਹਾਂ 2 ਮਿੰਟ ਤੂੰ ਵੇਟ ਕਰ। ਹਾਂਜੀ ਬੇਟੇ ਤੁਸੀਂ ਕਿਉਂ ਆਏ, ਮਤਲਬ ਫਸਟ ਟਾਈਮ ਜਦੋਂ ਇਹਨੂੰ ਰਿਸਪੌਂਸ ਮਿਲਿਆ, ਉਹਨੂੰ ਕਹਿ ਦਾਂਗੇ ਪਰ ਰਿਸਪੌਂਸ ਟਾਈਮ। ਉਵੇਂ ਕੰਪਿਊਟਰ ਦੇ ਵਿੱਚ ਫਸਟ ਟਾਈਮ ਜਦੋਂ ਰਿਸਪੌਂਸ ਮਿਲਦਾ, ਉਹਨੂੰ ਕਹਿ ਦਾਂਗੇ ਰਿਸਪੌਂਸ ਟਾਈਮ। ਠੀਕ ਹੈ ਜੀ, ਕਲੀਅਰ ਹੈ। ਇਹ ਥੋੜੇ ਜਿਹੇ ਟਾਈਮ ਹੁੰਦੇ ਆ, ਇਹ ਪੜ੍ਹਨੇ ਬਹੁਤ ਜ਼ਰੂਰੀ ਹੈ। ਨੈਕਸਟ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਸ਼ਾਰਟਕਟ ਕੀਜ਼ ਯੂਜ਼ ਟੂ ਸਿਲੈਕਟ ਦਾ ਇੰਟਾਇਰ ਕਾਲਮ। ਇੰਟਾਇਰ ਕਾਲਮ ਵਾਸਤੇ ਹੁੰਦਾ ਜੀ ਕੰਟਰੋਲ ਸਪੇਸ, ਸ਼ਿਫਟ ਸਪੇਸ ਹੁੰਦੀ ਹੈ ਇੰਟਾਇਰ ਰੋ ਵਾਸਤੇ। ਤਾਂ ਦੇਖੋ ਜੇ ਪੂਰਾ ਕਾਲਮ ਮੈਂ ਸਿਲੈਕਟ ਕਰਨਾ ਤਾਂ ਕੀ ਹੋਊਗਾ, ਕੰਟਰੋਲ ਸਪੇਸ ਬਾਰ ਹੁੰਦੀ ਹੈ। ਤੇ ਆ ਹੁੰਦਾ ਜੀ ਜੇ ਮੈਂ ਪੂਰੀ ਰੋ ਸਿਲੈਕਟ ਕਰਨੀ ਹੈ, ਸ਼ਿਫਟ ਸਪੇਸ ਬਾਰ। ਠੀਕ ਹੈ ਜੀ, ਇਹ ਕੁਐਸਚਨ ਬਹੁਤ ਆਉਂਦਾ ਹੁੰਦਾ ਐਕਸਲ ਦੇ ਵਿੱਚ, ਇਹ ਚੱਲਦੀ ਹੈ ਸ਼ਾਰਟਕਟ ਕੀ। ਨੈਕਸਟ ਕੁਐਸਚਨ ਵੀ ਬਹੁਤ ਵਧੀਆ ਹੈ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਪੇਅਰ ਆਫ ਸ਼ਾਰਟਕਟ ਕੀ ਇਜ਼ ਕਰੈਕਟ। ਐਮਐਸ ਪਾਵਰ ਪੁਆਇੰਟ ਦੀ ਗੱਲ ਕਰ ਰਿਹਾ। ਕੰਟਰੋਲ ਏ ਕਾਹਦੇ ਵਾਸਤੇ ਵਰਤਦੇ ਆ, ਕਹਿੰਦਾ ਜੀ ਕਾਪੀ ਆਲ ਦਾ ਸਲਾਈਡ। ਗਲਤ ਹੈ ਜੀ, ਕੰਟਰੋਲ ਏ ਕਾਹਦੇ ਵਾਸਤੇ ਹੁੰਦਾ, ਸਿਲੈਕਟ ਆਲ ਵਾਸਤੇ। ਕਾਹਦੇ ਵਾਸਤੇ ਹੁੰਦਾ ਰਾਜੇ, ਸਿਲੈਕਟ ਆਲ ਵਾਸਤੇ ਹੁੰਦਾ। ਹੁਣ ਕੰਟਰੋਲ ਸਪੇਸ ਬਾਰ ਕਹਿੰਦਾ ਕਾਹਦੇ ਵਾਸਤੇ, ਕਹਿੰਦਾ ਸਿਲੈਕਟ ਆਲ ਆਬਜੈਕਟ। ਗਲਤ ਹੈ, ਜਿਹੜਾ ਕੰਟਰੋਲ ਸਪੇਸ ਬਾਰ ਹੈਗਾ ਬੇਟੇ, ਉਹ ਕੀ ਕਰਦਾ, ਮੰਨ ਲਓ ਚਲੋ ਉਹ ਮੈਂ ਤੁਹਾਨੂੰ ਬਾਅਦ ਦੱਸਦਾ। ਜਦ ਮੰਨ ਲਓ ਕਿ ਦੋਨੇ ਗਲਤ ਨੇ, ਇਹਦਾ ਆਨਸਰ ਕੀ ਬਣ ਗਿਆ, ਨਾਈਦਰ 1 ਨੋਟ 2। ਹੁਣ ਕੰਟਰੋਲ ਸਪੇਸ ਬਾਰ ਕੀ ਕਰਦਾ ਕਿ ਮੰਨ ਲਓ ਜਿਵੇਂ ਹੁਣ ਦੇਖੋ ਮੈਂ ਇਹਨੂੰ ਰੈੱਡ ਕਲਰ ਕੀਤਾ ਹੋਇਆ, ਇਹਦਾ ਫੌਂਟ ਵੀ ਫੇਸ ਵੀ ਚੇਂਜ ਕਰ ਸਕਦਾ, ਫੌਂਟ ਸਾਈਜ਼ ਵੀ ਚੇਂਜ ਕਰ ਸਕਦਾ ਹੈ। ਬਟ ਜਦੋਂ ਮੈਂ ਕੰਟਰੋਲ ਸਪੇਸ ਬਾਰ ਮਾਰੂੰਗਾ, ਓਰੀਜਨਲ ਫਾਰਮ ਦੇ ਵਿੱਚ ਚਲਾ ਜਾਊਗਾ ਬਾਈ ਡਿਫਾਲਟ। ਦੇਖੋ ਜਿਵੇਂ ਮੈਂ ਹੁਣ ਮਾਰ ਰਿਹਾ ਕੰਟਰੋਲ ਸਪੇਸ ਬਾਰ, ਤਾਂ ਬਾਈ ਡਿਫਾਲਟ ਦੇਖੋ ਕੀ ਓਰੀਜਨਲ ਫਾਰਮ ਦੇ ਵਿੱਚ ਆ ਗਿਆ। ਮਤਲਬ ਬਾਈ ਡਿਫਾਲਟ ਦਾ ਸਾਈਜ਼ 11 ਹੋਊਗਾ, ਫੌਂਟ ਸਾਈਜ਼ ਕੈਲੀਬਰੀ ਹੋਊਗਾ, ਕਹਿਣ ਦਾ ਮਤਲਬ ਕਿ ਓਰੀਜਨਲ ਫਾਰਮ ਦੇ ਵਿੱਚ ਚਲਾ ਗਿਆ। ਤਾਂ ਕੰਟਰੋਲ ਸਪੇਸ ਬਾਰ ਕੀ ਕਰਦਾ, ਫਾਰਮੈਟਿੰਗ ਨੂੰ ਹਟਾ ਦਿੰਦਾ ਹੈ। ਠੀਕ ਹੈ, ਫਾਰਮੈਟਿੰਗ ਨੂੰ ਹਟਾ ਦਿੰਦਾ, ਓਰੀਜਨਲ ਫਾਰਮ ਦੇ ਵਿੱਚ ਲੈ ਜਾਂਦਾ ਹੈ। ਠੀਕ ਹੈ, ਤਾਂ ਨਾਈਦਰ 1 ਨੋਟ 2 ਆਨਸਰ ਆਉਣਾ ਸੀਗਾ। ਨੈਕਸਟ ਆ ਗਿਆ ਜੀ ਆਪਣੀ ਮੈਗਨੈਟਿਕ ਟੇਪ, ਜਿਹਨੂੰ ਆਪਾਂ ਰੀਲ ਵੀ ਕਹਿ ਦਿੰਦੇ ਆ, ਕੈਸਟ ਵੀ ਕਹਿ ਦਿੰਦੇ ਆ। ਇਹ ਸਿਕੁਐਂਸ਼ੀਅਲ ਹੁੰਦੀ ਹੈ ਬੇਟੇ। ਸਿਕੁਐਂਸ਼ੀਅਲ ਦਾ ਮਤਲਬ ਹੁੰਦਾ, ਦੇਖੋ ਕੁਐਸਚਨ ਹੁੰਦਾ ਅਕਸਰ, ਇੱਕ ਹੁੰਦਾ ਰੈਂਡਮ, ਇੱਕ ਹੁੰਦਾ ਸਿਕੁਐਂਸ਼ੀਅਲ। ਮੰਨ ਲਓ ਇਹਦੇ ਵਿੱਚ ਕੀ 5 ਟਰੈਕ ਪਏ ਨੇ, ਗਾਣੇ ਪਏ ਨੇ, ਮੈਂ ਥਰਡ ਨੰਬਰ ਸੁਣਨਾ, ਤਾਂ ਮੈਨੂੰ ਪਹਿਲੇ 2 ਕੀ ਕਰਨੇ ਪੈਣਗੇ, ਫਾਰਵਰਡ ਕਰਨੇ ਪੈਣਗੇ। ਪਰ USB ਦੀ ਗੱਲ ਕਰੀਏ, ਪੈਨ ਡਰਾਈਵ ਦੀ ਗੱਲ ਕਰੀਏ, ਉਹਦੇ ਵਿੱਚ ਮੰਨ ਲਓ 50 ਗਾਣੇ ਪਏ, ਮੈਂ 48 ਨੰਬਰ ਸੁਣਨਾ, ਮੈਂ ਡਾਇਰੈਕਟ ਜੰਪ ਕਰ ਸਕਦਾ, ਉਹਨੂੰ ਕਹਿ ਦਿੰਦੇ ਰੈਂਡਮਲੀ। ਹੁਣ ਇੱਥੇ ਕੁਐਸਚਨ ਬੜਾ ਟੇਢਾ ਪੁੱਛਿਆ ਗਿਆ, ਕਹਿੰਦਾ ਜੀ ਮੈਗਨੈਟਿਕ ਟੇਪ ਦੇ ਵਿੱਚ ਇੱਕ ਰੀਡ ਰਾਈਟ ਹੈਡ ਹੁੰਦਾ ਹੈ। ਦੇਖੋ ਇਹਦਾ ਜਿਹੜਾ ਮੀਡੀਅਮ ਹੁੰਦਾ ਰਾਜਾ, ਦੇਖੋ ਟੇਪ ਹੁੰਦੀ ਹੈ ਇਸ ਤਰ੍ਹਾਂ ਦੀ, ਇਹਨੂੰ ਹੁਣ ਰੀਡ ਵੀ ਕਰਦਾ, ਇੱਕ ਹੈਡ ਹੁੰਦਾ ਇਸ ਤਰ੍ਹਾਂ। ਕਹਿੰਦਾ ਜੀ ਜਿਹੜਾ ਰੀਡ ਰਾਈਟ ਹੈਡ ਹੈ, ਡਾਟਾ ਨੂੰ ਕਹਿੰਦਾ ਸੀਰੀਅਲੀ ਕਹਿੰਦਾ ਰੀਡ ਕਰਦਾ, ਉਹਨੂੰ ਆਪਾਂ ਕਹਿੰਦੇ ਕੀ ਆ, ਸਟ੍ਰੀਮਰ ਕਹਿੰਦੇ ਆਪਾਂ। ਕੀ ਕਹਿ ਦਿੰਦੇ ਆ, ਸਟ੍ਰੀਮਰ ਕਹਿ ਦਿੰਦੇ ਆ। ਸਟ੍ਰੀਮਰ ਦਾ ਮਤਲਬ ਹੁੰਦਾ ਸਪੀਡ, ਮਤਲਬ ਕਿ ਮੰਨ ਲਓ 1 ਸੈਕਿੰਡ ਦੇ ਵਿੱਚ ਉਹ ਕਿੰਨਾ ਡਾਟਾ ਰੀਡ ਕਰ ਰਿਹਾ, ਉਹਨੂੰ ਸਟ੍ਰੀਮਰ ਕਹਿ ਦਿੰਦੇ ਆ। ਸਟ੍ਰੀਮਰ ਦਾ ਵੈਸੇ ਮਤਲਬ ਹੁੰਦਾ ਮੰਨ ਲਓ ਇੱਕ ਜਿਵੇਂ ਟੱਪ ਪਿਆ, ਇੱਕ ਟੈਪ ਹੈ, ਟੈਪ ਖੁੱਲੀ ਹੋਈ ਹੈ, ਪਾਣੀ ਦੀ ਧਾਰ ਵਗ ਰਹੀ ਹੈ, ਇਹ ਜਿਹੜੀ ਧਾਰ ਵਗ ਰਹੀ, ਇਹਨੂੰ ਆਪਾਂ ਕਹਿੰਦੇ ਸਟ੍ਰੀਮਰ। ਕਿੰਨੇ ਫਲੋ ਨਾਲ ਕੀ ਹੈ, ਪਾਣੀ ਭਰ ਰਿਹਾ, ਤਾਂ ਉਹਨੂੰ ਸਟ੍ਰੀਮਰ ਕਹਿੰਦੇ ਰਾਜੇ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਵਰਕ ਓਨਲੀ ਐਜ਼ ਇਨਪੁਟ ਡਿਵਾਈਸ। ਬਹੁਤ ਸੌਖਾ ਰਾਜੇ, ਤੁਹਾਨੂੰ ਪਤਾ ਜਿਹੜੀ ਸਕਰੀਨ ਹੁੰਦੀ ਹੈ, ਮੈਂ ਟੱਚ ਸਕਰੀਨ ਦੀ ਗੱਲ ਨਹੀਂ ਕਰ ਰਿਹਾ, ਟੱਚ ਸਕਰੀਨ ਤਾਂ ਇਨਪੁਟ ਆਊਟਪੁੱਟ ਹੁੰਦੀ ਹੈ, ਬਟ ਇੱਥੇ ਕੱਲੀ ਸਕਰੀਨ ਦੀ ਗੱਲ ਹੋ ਰਹੀ ਹੈ ਰਾਜੇ। ਤਾਂ ਸਕਰੀਨ ਜਿਵੇਂ ਮੰਨ ਲਓ ਸਕਰੀਨ ਹੈ, ਜਿਵੇਂ ਤੁਹਾਡੀ ਆਹ ਸਕਰੀਨ ਹੈ, ਤੁਸੀਂ YouTube ਤੇ ਦੇਖ ਰਹੇ ਹੋ, ਸਿਰਫ ਤੁਸੀਂ ਦੇਖ ਰਹੇ ਹੋ, ਤਾਂ ਇਹ ਕੀ ਹੁੰਦੀ ਹੈ, ਆਊਟਪੁੱਟ ਹੁੰਦੀ ਹੈ। ਤਾਂ ਸਕਰੀਨ ਕੱਲੀ ਆਊਟਪੁੱਟ ਹੁੰਦੀ ਹੈ, ਪ੍ਰਿੰਟਰ ਵੀ ਆਊਟਪੁੱਟ ਹੁੰਦਾ ਹੈ। ਪਲੋਟਰ ਪ੍ਰਿੰਟਰ ਦੇ ਤਾਏ ਦਾ ਮੁੰਡਾ, ਤੁਹਾਨੂੰ ਦੱਸਿਆ ਹੋਇਆ, ਜਿਹੜਾ ਫਲੈਕਸ ਕੱਢਣ ਵਾਸਤੇ, ਨਕਸ਼ੇ ਕੱਢਣ ਵਾਸਤੇ ਵਰਤਿਆ ਜਾਂਦਾ ਹੈ। ਇਹ ਸਾਰੇ ਆਊਟਪੁੱਟ ਨੇ, ਓਨਲੀ ਜਿਹੜਾ ਮਾਊਸ ਹੁੰਦਾ ਰਾਜੇ, ਉਹ ਤੁਹਾਡਾ ਇਨਪੁੱਟ ਵਾਸਤੇ ਵਰਤਿਆ ਜਾਂਦਾ ਹੈ। ਅੱਗੇ ਆ ਗਿਆ ਜੀ ਗੋਫਰ ਸਰਵਰ। ਗੋਫਰ ਕੀ ਹੁੰਦਾ ਰਾਜੇ, ਗੋਫਰ ਜਿਹੜਾ ਹੁੰਦਾ ਨਾ, ਬੇਸਿਕਲੀ ਜਿਵੇਂ ਆਪਾਂ ਕਿਸੇ ਰੈਸਟੋਰੈਂਟ ਦੇ ਵਿੱਚ ਜਾਂਦੇ ਆ, ਜਾਂ ਰੈਸਟੋਰੈਂਟ ਛੱਡੋ, ਚਲੋ ਸਕੂਲ ਕਾਲਜ ਬੈਂਕ ਜਾਵਾਂਗੇ, ਵੀ ਉਹ ਕਿਹੜੀ ਸਰਵਿਸ ਪ੍ਰੋਵਾਈਡ ਕਰਦੇ, ਆਪਾਂ ਨੂੰ ਐਜ਼ ਏ ਮੈਨਿਊ ਬਣਿਆ ਆ ਜਾਊਗਾ। ਜਾਂ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਵੇਂ ਮੰਨ ਲਓ ਹੁਣ ਮੈਂ ਰਾਈਟ ਕਲਿੱਕ ਕਰਦਾ ਤੇ ਮਾਊਸ ਨੂੰ, ਇੱਕ ਮਿੰਟ, ਮੰਨ ਲਓ ਮੈਂ ਰਾਈਟ ਕਲਿੱਕ ਕਰਦਾ ਮਾਊਸ ਨੂੰ, ਦੇਖੋ ਇੱਕ ਆ ਡਾਇਲੋਗ ਬਾਕਸ ਆ ਗਿਆ ਨਾ, ਇਹਦੇ ਵਿੱਚ ਮੈਨੂੰ ਨੰਬਰ ਆਫ ਆਪਸ਼ਨਸ ਆ ਰਹੀਆਂ ਨੇ, ਇਹਨੂੰ ਕਹਿ ਦਿੰਦੇ ਗੋਫਰ ਮੈਨਿਊ। ਕੀ ਕਹਿ ਦਿੰਦੇ, ਗੋਫਰ ਮੈਨਿਊ, ਜਾਂ ਆਪਾਂ ਕਹਿ ਦਿੰਦੇ ਡਾਇਲੋਗ ਬਾਕਸ। ਹੁਣ ਜਿਹੜਾ ਗੋਫਰ ਹੁੰਦਾ ਰਾਜੇ, ਉਹ ਬੇਸਿਕਲੀ ਜਿਵੇਂ ਮੰਨ ਲਓ ਕੋਈ ਕੈਂਪਸ ਹੈ, ਕੋਈ ਸਕੂਲ ਹੈ, ਕੋਈ ਕੰਪਨੀ ਹੈ, ਉਹ ਕੀ ਸਰਵਿਸ ਪ੍ਰੋਵਾਈਡ ਕਰਦੇ, ਉਹਨੂੰ ਐਜ਼ ਏ ਮੈਨਿਊ ਸ਼ੋ ਕਰ ਦੂਗਾ ਆਪਣੇ ਕੋਲੇ, ਐਜ਼ ਏ ਮੈਨਿਊ ਸ਼ੋ ਕਰ ਦੂਗਾ। ਤਾਂ ਇਹੀ ਲਿਖਿਆ ਵੀ ਉਹ ਕੀ ਮੇਨਟੇਨ ਕਰਦਾ, ਕੈਂਪਸ, ਸਕੂਲ ਦਾ, ਬੈਂਕ ਹੋ ਗਏ, ਕਾਰਪੋਰੇਟਸ ਹੋ ਗਏ। ਠੀਕ ਹੈ, ਸਾਰੀ ਚੀਜ਼ਾਂ ਨੂੰ ਕੀ ਕਰਦਾ, ਮੇਨਟੇਨ ਕਰਦਾ ਐਜ਼ ਏ ਮੈਨਿਊ ਦੇ ਵਿੱਚ, ਕਿਹੜੀ ਸਰਵਿਸ ਉਹ ਪ੍ਰੋਵਾਈਡ ਕਰਦੇ ਆ। ਅਗਲਾ ਆ ਗਿਆ ਜੀ ਫੁੱਲ ਫਾਰਮ ਆਫ ਸਿਮ। ਸਿਮ ਸਭ ਨੇ ਦੇਖਿਆ ਹੋਇਆ ਭਾਈ, ਤੁਹਾਡੇ ਮੋਬਾਈਲ ਫੋਨ ਦੇ ਵਿੱਚ ਹੁੰਦਾ ਸਿਮ। ਸਿਮ ਹੁੰਦਾ ਰਾਜੇ ਸਬਸਕ੍ਰਾਈਬਰ ਆਇਡੈਂਟੀਫਿਕੇਸ਼ਨ ਮੋਡਿਊਲ ਬੋਲਦੇ ਇਹਨੂੰ।
ठीक है जी, सिम की फुल फॉर्म याद रख लियो, सबसक्राइबर आइडेंटिफिकेशन मॉड्यूल। इस तो इलावा जिवें हुण SMS हो गया, शॉर्ट मैसेज सर्विसेज, MMS हो गया, मल्टीमीडिया सर्विसेज हो गया, ठीक है, ये सारे याद रखने। आ बहुत सौखा क्वेश्चन है राजे, ਇਹਦੇ ਵਿੱਚ ਤੁੱਕੇ ਮਾਰ ਸਕਦੇ ਆ ਆਪਾਂ। ਤੁੱਕੇ ਕੀ ਹੁੰਦੇ, ਇਹਦੇ ਵਿੱਚ ਹਮੇਸ਼ਾ ਬੋਥ 1 ਐਂਡ 2 ਵਾਲੀ ਆਨਸਰ ਹੁੰਦਾ। ਕਹਿੰਦਾ ਜੀ ਹਾਊ ਯੂ ਕੈਨ ਪ੍ਰੋਟੈਕਟ ਯੂਅਰ ਸਿਸਟਮ ਫਰੋਮ ਦ ਟ੍ਰੋਜਨ ਹਾਰਸ ਐਂਡ ਬੈਕ ਡੋਰਸ। ਟ੍ਰੋਜਨ ਹਾਰਸ ਨੂੰ ਮੈਂ ਕਰਵਾਇਆ ਹੋਇਆ ਮਾਲਵੇਅਰ ਹੁੰਦਾ ਜਿਹੜਾ ਕਿ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਹਿੰਦਾ ਜੀ ਸਟੇ ਅਵੇ ਫਰੋਮ ਦਾ ਸਸਪੈਕਟਡ ਵੈਬਸਾਈਟ ਜਾਂ ਵੈਬ ਲਿੰਕ। ਕਹਿੰਦਾ ਜਿਹੜੇ ਸ਼ੱਕੀ ਵੈਬਸਾਈਟ ਹੁੰਦੇ ਆ, ਵੈਬ ਲਿੰਕ ਹੁੰਦੇ ਤੋਂ ਦੂਰ ਰਹੋ, ਤਾਂ ਬਿਲਕੁਲ ਠੀਕ ਹੈ। ਕਹਿੰਦਾ ਜੀ ਸਾਵਧਾਨੀ ਨਾਲ ਵੈਬ ਤੇ ਸਰਫ ਕਰੋ, ਸਾਵਧਾਨੀ ਨਾਲ ਨੈਟ ਵਰਤੋ। ਤਾਂ ਕਹਿਣ ਦਾ ਭਾਵ ਦੋਨੇ ਬਚਣ ਦੇ ਤਰੀਕੇ ਹੈਗੇ ਆ, ਜੇ ਆਪਾਂ ਸਾਵਧਾਨੀ ਰੱਖਾਂਗੇ, ਜੇ ਸਾਵਧਾਨੀ ਹਟੀ ਦੁਰਘਟਨਾ ਘਟੀ, ਠੀਕ ਹੈ। ਅੱਗੇ ਕਹਿੰਦੇ ਆ ਜੀ ਵਿਚ ਆਫ ਦਾ ਫੋਲੋਇੰਗ ਇਜ਼ ਅ ਸ਼ਾਰਟਕਟ ਟੂ ਸਿਲੈਕਟ ਦਾ ਐਵਰੀਥਿੰਗ ਇਨ ਦਾ MS ਵਰਡ। ਤਾਂ ਸਿਲੈਕਟ ਆਲ ਵਾਸਤੇ ਹੁੰਦਾ ਰਾਜੇ ਕੰਟਰੋਲ A। ਤੁਹਾਨੂੰ ਪਤਾ ਹੀ ਹੈ ਰਾਜੇ ਸ਼ਾਰਟਕਟ ਕੀ ਹੁੰਦੀ ਹੈ ਸਿਲੈਕਟ ਆਲ ਵਾਸਤੇ, ਸਿਲੈਕਟ ਆਲ ਵਾਸਤੇ ਕੰਟਰੋਲ A। ਅੱਗੇ ਆ ਗਿਆ ਜੀ SSD, ਠੀਕ ਹੈ ਜੀ, ਤੁਹਾਨੂੰ ਇਹ ਕੋਆਪਰੇਟਿਵ ਬੈਂਕ ਚ ਆਇਆ ਸੀਗਾ ਰਾਜੇ। ਅੱਜ ਕੱਲ ਨਾ ਜਿਵੇਂ ਹਾਰਡ ਡਿਸਕ ਡਰਾਈਵ ਹੁੰਦੀ ਹੈ HDD ਹਾਰਡ ਡਿਸਕ ਡਰਾਈਵ, ਉਵੇਂ ਰਾਜੇ SSD ਆ ਗਈ। SSD ਕੀ ਕਰਦੀ ਹੈ, ਇੱਕ ਫਲੈਸ਼ ਮੈਮਰੀ ਹੈ ਜਿਹੜੀ ਬੜੀ ਫਾਸਟ ਹੁੰਦੀ ਹੈ, ਇਹ ਲੈਪਟਾਪ ਦੇ ਵਿੱਚ ਪਾਈ ਜਾਂਦੀ ਹੈ, ਆਹ ਹੁੰਦੀ ਹੈ ਜੀ। ਤਾਂ ਇਹਨੇ ਹਾਰਡ ਡਿਸਕ ਨੂੰ ਰਿਪਲੇਸ ਕਰਤਾ, ਤੇ ਇਹਦੀ ਫੁੱਲ ਫਾਰਮ ਹੈਗੀ ਹੈ ਰਾਜੇ ਸੋਲਿਡ ਸਟੇਟ ਡਰਾਈਵ। ਕੀ ਕਹਿ ਦਿੰਦੇ ਇਹਨੂੰ, ਸੋਲਿਡ ਸਟੇਟ ਡਰਾਈਵ ਕਹਿ ਦਿੰਦੇ ਆ। ਅਗਲਾ ਆ ਗਿਆ ਜੀ ਆਪਣਾ ਵੌਇਸ ਕਮਿਊਨੀਕੇਸ਼ਨ ਮੋਡ ਹੋ ਗਏ। ਜਿਹੜਾ ਟੈਲੀਫੋਨ ਸਿਸਟਮ ਹੈਗਾ ਰਾਜੇ, ਉਹ ਕਿਹੜੀ ਕੈਟਾਗਰੀ ਚ ਆਉਂਦਾ ਰਾਜੇ, ਉਹ ਹੁੰਦਾ ਫੁੱਲ ਡੁਪਲੈਕਸ ਦੇ ਵਿੱਚ। ਵੈਸੇ ਤੁਹਾਨੂੰ ਮੈਂ ਸਿੰਪਲੈਕਸ ਵੀ ਕਰਵਾਇਆ, ਹਾਫ ਡੁਪਲੈਕਸ ਵੀ ਕਰਵਾਇਆ, ਜਿਹਨੂੰ HDX ਬੋਲਦੇ ਆ, ਇਹਨੂੰ FDX ਬੋਲਦੇ ਆ, ਠੀਕ ਹੈ, ਕਰਵਾਇਆ ਹੋਇਆ। ਹੁਣ ਇਹ ਚ ਫਰਕ ਕੀ ਹੈ ਰਾਜੇ, ਜਿਹੜਾ ਸਿੰਪਲੈਕਸ ਹੁੰਦਾ ਉਹਦੇ ਡਾਟਾ ਇੱਕ ਤਰਫਾ ਹੀ ਮੂਵ ਕਰ ਸਕਦਾ, ਜਿਵੇਂ ਮੰਨ ਲਓ CPU ਤੋਂ ਸਿਰਫ ਕਿੱਥੇ ਜਾ ਸਕਦਾ, ਮੋਨੀਟਰ ਤੇ ਜਾ ਸਕਦਾ, ਜਾਂ ਆਪਾਂ ਕਹਿ ਸਕਦੇ ਹਾਂ ਕੀਬੋਰਡ ਤੋਂ ਡਾਟਾ ਕਿੱਥੇ ਜਾ ਸਕਦਾ, ਸਿਰਫ CPU ਦੇ ਵਿੱਚ ਜਾ ਸਕਦਾ, CPU ਤੋਂ ਕੀਬੋਰਡ ਤੇ ਨਹੀਂ ਆ ਸਕਦਾ। ਕਹਿਣ ਦਾ ਮਤਲਬ ਇੱਕ ਡਾਇਰੈਕਸ਼ਨ ਨੂੰ ਹੀ ਮੂਵ ਕਰੂਗਾ। ਹਾਫ ਡੁਪਲੈਕਸ ਦੇ ਵਿੱਚ ਦੋਨੇ ਤਰਫਾ ਮੂਵ ਕਰ ਸਕਦਾ, ਸੈਂਡ ਵੀ ਹੋ ਸਕਦਾ, ਰਿਸੀਵ ਵੀ ਹੋ ਸਕਦਾ, ਪਰ ਵੱਖਰੇ ਵੱਖਰੇ ਟਾਈਮ ਤੇ। ਟਾਈਮ 1 ਹੈ, ਟਾਈਮ 2 ਹੈ। ਜਿਵੇਂ ਵੋਕੀ ਟੋਕੀ ਤੇ ਆਪਾਂ ਗੱਲ ਕਰਦੇ, ਆਪਾਂ ਨੂੰ ਕਹਿਣਾ ਪੈਂਦਾ ਓਵਰ, ਕਿਉਂਕਿ ਇੱਕੋ ਟਾਈਮ ਤੇ ਆਪਾਂ ਗੱਲ ਨਹੀਂ ਕਰ ਸਕਦੇ। ਫੁੱਲ ਡੁਪਲੈਕਸ ਦੇ ਵਿੱਚ ਹੁੰਦਾ ਵੀ ਜੋ ਮਰਜ਼ੀ ਕਰੋ, ਇੱਕੋ ਟਾਈਮ ਤੇ ਗੱਲ ਕਰੋ, ਜੋ ਮਰਜ਼ੀ ਕਰੋ, ਠੀਕ ਹੈ ਜੀ। ਇਹ ਹੁੰਦਾ ਆਪਣਾ ਟੈਲੀਫੋਨ ਸਿਸਟਮ ਹੋ ਗਿਆ, ਮੋਬਾਈਲ ਫੋਨ ਸਿਸਟਮ ਹੋ ਗਿਆ, ਤੇ ਫੁੱਲ ਡੁਪਲੈਕਸ ਮੋਡ ਹੁੰਦਾ, ਸੈਂਡ ਵੀ ਹੋ ਜਾਂਦਾ, ਰਿਸੀਵ ਵੀ ਹੋ ਜਾਂਦਾ ਸੇਮ ਟਾਈਮ ਤੇ। ਅਗਲਾ ਕੁਐਸਚਨ ਹੈਗਾ ਜੀ ਫਾਇਰਵਾਲ ਤੋਂ। ਫਾਇਰਵਾਲ ਮੈਂ ਪਹਿਲਾਂ ਕਰਵਾਇਆ ਹੋਇਆ ਰਾਜੇ। ਆਪਣੇ ਨਾ ਵਿੰਡੋ ਦੇ ਵਿੱਚ ਇੱਕ ਫੈਸਿਲਿਟੀ ਹੁੰਦੀ ਹੈ ਫਾਇਰਵਾਲ ਦੀ। ਫਾਇਰਵਾਲ ਜੇ ਆਪਾਂ ਨੇਬਲ ਕੀਤਾ ਹੋਇਆ ਤਾਂ ਜਿਹੜਾ ਨੈਟ ਤੋਂ ਕੋਈ ਵੀ ਚੀਜ਼ ਆ ਰਹੀ ਜਿਹੜੀ ਆਪਣੇ ਵਾਸਤੇ ਹਾਰਮਫੁਲ ਹੋਊਗੀ ਉਹਨੂੰ ਰਿਜੈਕਟ ਕਰ ਦੂਗਾ, ਜਿਹੜਾ ਹਾਰਮਲੈਸ ਹੋਊਗੀ ਉਹਨੂੰ ਅਸੈਪਟ ਕਰ ਲੂਗਾ। ਤਾਂ ਇਹ ਆਪਣੇ ਸੌਫਟਵੇਅਰ ਦੇ ਵਿੱਚ ਵੀ ਹੁੰਦੀ ਆ, ਹਾਰਡਵੇਅਰ ਵਿੱਚ ਵੀ ਲਗਾ ਸਕਦੇ ਆ, ਦੋਨੇ ਤਰਫਾ ਲਗਾ ਸਕਦੇ ਆ ਆਪਾਂ। ਹਾਰਡਵੇਅਰ ਤੇ ਵੀ ਯੂਜ਼ ਹੁੰਦੀ ਹੈ, ਸੌਫਟਵੇਅਰ ਤੇ ਵੀ ਯੂਜ਼ ਹੁੰਦੀ ਹੈ। ਤਾਂ ਇਹਨੇ ਪੁੱਛਿਆ ਵੀ ਕਿਹੜੀ ਸਟੇਟਮੈਂਟ ਕਰੈਕਟ ਹੈ। ਕਹਿੰਦਾ ਜੀ ਫਾਇਰਵਾਲ ਕੈਨ ਬੀ ਕੰਬੀਨੇਸ਼ਨ ਆਫ ਦਾ ਹਾਰਡਵੇਅਰ ਐਂਡ ਸੌਫਟਵੇਅਰ। ਬਿਲਕੁਲ ਠੀਕ ਹੈ, ਹਾਰਡਵੇਅਰ ਤੇ ਵੀ ਯੂਜ਼ ਹੁੰਦੀ ਹੈ, ਸੌਫਟਵੇਅਰ ਤੇ ਵੀ ਯੂਜ਼ ਹੁੰਦੀ ਹੈ। ਨਾਰਮਲੀ ਕਹਿੰਦਾ ਇੰਸਟਾਲ ਕੀਤੀ ਜਾਂਦੀ ਹੈ ਸਰਵਰ ਤੇ ਰਾਊਟਰ ਤੇ। ਤਾਂ ਰਾਊਟਰ ਵੀ ਹੁੰਦੇ ਰਾਜੇ, ਸਰਵਰ ਵੀ ਹੁੰਦੇ ਆ, ਗੇਟਵੇ ਵੀ ਹੁੰਦੇ, ਉੱਤੇ ਇੰਸਟਾਲ ਹੋ ਜਾਂਦੀ ਹੈ। ਇਹਦੇ ਵਿੱਚ ਇੱਕ ਨਾ ਲਿਸਟ ਹੁੰਦੀ ਆ ਵੀ ਕਿਹੜੀ ਕਿਹੜੀ ਵੈਬਸਾਈਟ ਤੋਂ ਆਪਾਂ ਨੂੰ ਪਤਾ, ਮਤਲਬ ਕਿ ਆਪਾਂ ਜਿਹੜੀਆਂ ਫੇਕ ਵੈਬਸਾਈਟਸ ਹੁੰਦੀਆਂ ਨੇ ਨਾ, ਉਹਨੂੰ ਇੱਕ ਟੇਬਲ ਦੇ ਵਿੱਚ ਕੀ ਕਰ ਦਿੰਦੇ ਆ, ਸੇਵ ਕਰ ਦਿੰਦੇ ਆ ਵੀ ਇੱਥੋਂ ਕੋਈ ਡਾਟਾ ਆਊਗਾ ਉਹਨੂੰ ਅਸੈਪਟ ਨਹੀਂ ਕਰਨਾਗਾ। ਤਾਂ ਇਹਦੇ ਵਿੱਚ ਕੀ ਹੁੰਦਾ ਜੀ, ਲਿਸਟ ਆਫ ਵੈਬਸਾਈਟ ਹੁੰਦੀਆਂ ਨੇ ਫਾਇਰਵਾਲ ਟੇਬਲ ਦੇ ਵਿੱਚ, ਜਿਹੜੀਆਂ ਕੀ ਹੁੰਦੀਆਂ ਨੇ ਅਨਵਾਂਟਡ ਪ੍ਰੋਗਰਾਮ ਹੁੰਦੇ ਜਿਹਨੂੰ ਆਪਾਂ ਅਸੈਸ ਨਹੀਂ ਕਰਨਾ ਚਾਹੁੰਦੇ। ਤਾਂ ਸਾਰੇ ਕੀ ਨੇ ਇਹਦੇ ਠੀਕ ਆਪਸ਼ਨ ਨੇ, ਠੀਕ ਕਰੈਕਟ ਪੁੱਛਿਆ ਸੀਗਾ 1 2 ਐਂਡ 3 ਕੀ ਹੈ, ਆਲ ਆਰ ਕਰੈਕਟ ਨੇ। ਅੱਗੇ ਆ ਗਿਆ ਜੀ ਆਪਣਾ ਕੁਆਲਿਟੀ ਕੀਬੋਰਡ। ਕੁਆਲਿਟੀ ਕੀਬੋਰਡ ਜਿਹਨੂੰ ਆਪਾਂ ਟਾਈਪਿੰਗ ਕੀਬੋਰਡ ਵੀ ਬੋਲਦੇ ਆ। ਕੁਐਲਿਟੀ ਜਿਹੜਾ ਹੁੰਦਾ ਰਾਜੇ, ਆਪਣੀਆਂ ਪਹਿਲੀਆਂ 6 ਅੱਖਰ ਨੇ ਆਪਣੇ ਕੀਬੋਰਡ ਦੇ, ਪਹਿਲੇ 6 ਅੱਖਰ ਨੇ, ਧਿਆਨ ਨਾਲ ਦੇਖ ਲਿਓ। ਸਭ ਤੋਂ ਟੌਪ ਮੋਸਟ ਤੇ ਜਿਹੜੀ ਟੈਬ ਤੋਂ ਬਾਅਦ ਜਿਹੜੀ ਆਪਣੀ ਸ਼ੁਰੂ ਹੁੰਦੀ ਹੈ ਲਾਈਨ, ਉਹਦੀ ਪਹਿਲੇ 6 ਅੱਖਰ ਨੇ, ਉਹਨੂੰ ਕੁਐਲਿਟੀ ਕੀਬੋਰਡ ਬੋਲਦੇ ਆ। ਕਹਿੰਦਾ ਜੀ ਹਾਊ ਮੈਨੀ ਫੰਕਸ਼ਨ ਕੀ ਆਰ ਦੇਅਰ। ਤਾਂ ਫੰਕਸ਼ਨ ਕੀ ਇਹ 'ਚ 12 ਹੁੰਦੀਆਂ ਰਾਜੇ, F1 ਤੋਂ ਲੈ ਕੇ F12। ਆ ਦੇਖੋ F1 ਤੋਂ ਲੈ ਕੇ F12 ਹੁੰਦੀਆਂ। ਅੱਛਾ, ਕੋਈ ਬੰਦਾ ਦੱਸ ਸਕਦਾ ਮੈਨੂੰ ਕੀਬੋਰਡ ਦੀ ਖੋਜ ਕਿਹਨੇ ਕੀਤੀ ਹੈ? ਬਹੁਤ ਵਧੀਆ ਕੁਐਸਚਨ ਹੈ, ਕੀਬੋਰਡ ਦੀ ਖੋਜ ਕਿਹਨੇ ਕੀਤੀ, ਮੈਨੂੰ ਆਨਸਰ ਕਰ ਸਕਦੇ ਹੋ। ਅਗਲਾ ਵੀ ਬਹੁਤ ਸੌਖਾ ਕੁਐਸਚਨ ਹੈ ਰਾਜੇ। ਇੱਕ ਹੁੰਦਾ ਜੀ ਇਮੇਜ ਸਕੈਨਰ। ਸਕੈਨਰ ਦੋ ਤਰ੍ਹਾਂ ਦੇ ਹੁੰਦੇ ਰਾਜੇ, ਇੱਕ ਫਲੈਟ ਬੈੱਡ ਹੁੰਦਾ, ਇੱਕ ਹੈਂਡ ਹੈਲਡ ਹੁੰਦਾ। ਹੈਂਡ ਹੈਲਡ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ, ਸ਼ੋਰੂਮ 'ਚ ਜਾਂਦੇ ਹੋ, ਕੱਪੜੇ ਲੈਣ ਜਾਂਦੇ ਹੋ, ਗਰੋਸਰੀ ਸਟੋਰ ਤੇ ਜਾਂਦੇ ਹੋ, ਜਿਹੜਾ ਸਕੈਨਰ ਹੁੰਦਾ, ਜਿਹੜਾ ਆਈਟਮ ਦਾ ਪ੍ਰਾਈਸ ਵਗੈਰਾ ਸਕੈਨ ਕਰਦਾ। ਤੇ ਜਿਹੜਾ ਇਮੇਜ ਸਕੈਨਰ ਹੁੰਦਾ ਰਾਜੇ, ਉਹ ਫਲੈਟ ਬੈੱਡ ਹੁੰਦਾ। ਇਹ 2 ਨੰਬਰ ਹੈ। ਮਾਊਸ ਕੀ ਹੁੰਦਾ ਰਾਜੇ, ਮਾਊਸ ਦੇ ਵਿੱਚ ਲਾਈਟ ਲੱਗੀ ਹੁੰਦੀ, ਆਪਟੀਕਲ ਹੁੰਦਾ ਮਾਊਸ ਹਮੇਸ਼ਾ। ਤੇ ਇਲੈਕਟ੍ਰੋਨਿਕ ਪੈਨ ਜਿਹਨੂੰ ਆਪਾਂ ਲਾਈਟ ਪੈਨ ਵੀ ਕਹਿ ਦਿੰਦੇ ਆ, ਵੀ ਆਪਟੀਕਲ ਹੁੰਦਾ, ਬਟ ਇਹਨੂੰ ਆਪਾਂ ਇਲੈਕਟ੍ਰੋਨਿਕ ਪੈਨ ਕਹਿੰਦੇ ਆ। ਤੁਹਾਨੂੰ ਮੈਂ ਦਿਖਾ ਦਿੰਦਾ ਰਾਜੇ, ਆਹ ਹੁੰਦਾ ਜੀ ਤੁਹਾਡਾ ਇਮੇਜ ਸਕੈਨਰ, ਠੀਕ ਹੈ ਜੀ। ਇਹ ਫਲੈਟ ਬੈੱਡ ਹੁੰਦਾ, ਦੇਖੋ ਬੈੱਡ ਵਾਂਗੂ ਫਲੈਟ ਹੈ ਨਾ, ਫਲੈਟ ਬੈੱਡ। ਤੇ ਇਹ ਹੁੰਦਾ ਜੀ ਤੁਹਾਡਾ ਆਪਣਾ ਮਾਊਸ, ਜਿਹੜਾ ਵਿੱਚ ਲਾਈਟ ਜਗਦੀ ਆ, ਆਪਟੀਕਲ ਮਾਊਸ ਹੁੰਦਾ ਹੈ। ਤੇ ਆਹ ਹੁੰਦਾ ਜੀ ਤੁਹਾਡਾ ਲਾਈਟ ਪੈਨ, ਠੀਕ ਹੈ ਜੀ। ਤੇ ਇਹ ਤਿੰਨੇ ਕੀ ਨੇ, ਰਾਈਟ ਆਨਸਰ ਨੇ, ਠੀਕ ਹੈ। ਤਿੰਨੇ ਹੀ ਮਤਲਬ ਕਿ ਇਹਦੀ ਮੈਚਿੰਗ ਬਣਦੀ ਹੈ। ਤਾਂ ਇਹ ਸੀਗਾ ਜੀ ਅੱਜ ਦਾ ਸ਼ਿਫਟ ਤੁਹਾਡੀ। ਬਾਕੀ ਜੇ ਤੁਸੀਂ ਚਾਹੁੰਦੇ ਆ ਵੀ ਹਾਂ ਇਦਾਂ ਦੇ ਸਾਰੇ ਕੁਐਸਚਨ ਕਵਰ ਕਰਨੇ, ਵੈਸੇ ਤਾਂ ਮੈਂ ਫ੍ਰੀ ਵਿੱਚ ਵੀ ਕਰਵਾ ਰਿਹਾ, ਬਟ ਮੈਂ ਜਿਹੜਾ ਇੱਕ ਪੇਡ ਕੋਰਸ ਚੱਲ ਰਿਹਾ, ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਚੱਲ ਰਿਹਾ, ਬਹੁਤ ਵਧੀਆ ਕੋਰਸ ਹੈ। ਇਹਦੇ ਵਿੱਚ ਮੈਂ ਕੁਝ ਥੋੜੀ ਥਿਊਰੀ ਵੀ ਅਪਡੇਟ ਕੀਤੀ ਹੈ। ਬਾਕੀ ਜੇ ਤੁਸੀਂ MCQ ਲੈਣੇ ਚਾਹੁੰਦੇ ਆ ਰਾਜੇ, ਦੇਖੋ ਜਿਹੜੇ PSSS ਬੋਰਡ ਦੇ ਮੈਂ ਪਹਿਲਾਂ ਵੀ ਸਮਝਾ ਚੁੱਕਿਆ ਬਹੁਤ ਵਾਰ, ਬੱਚੇ ਜਦੋਂ ਮੈਸੇਜ ਵੀ ਕਰਦੇ ਮੈਂ ਸਮਝਾਉਣਾ ਹੈ। PSSS ਬੋਰਡ ਦਾ ਲੈਵਲ ਬਹੁਤ ਸੌਖਾ ਹੁੰਦਾ, ਉਹ ਵੱਖਰਾ ਲੈਵਲ ਹੈ।
ਉਹਦੇ ਵਿੱਚ ਕੀ ਹੁੰਦਾ, ਆਪਾਂ ਥਿਊਰੀ ਪੜ੍ਹ ਕੇ ਮੈਰਾਥਨ ਕਲਾਸਾਂ ਲਗਾ ਕੇ ਜਾਂ ਡਾਇਰੈਕਟ ਪੀਡੀਐਫ ਤੋਂ ਕੁਐਸਚਨ ਪੜ੍ਹ ਕੇ ਵੀ ਕਵਰ ਕਰ ਸਕਦੇ ਹਾਂ। ਬਟ ਟੀਸੀਐਸ ਦੇ ਵਿੱਚ ਆਪਾਂ ਨੂੰ ਹਮੇਸ਼ਾ ਵੀਡੀਓ ਤੋਂ ਹੀ ਕਰਨਾ ਪਊਗਾ, ਚਾਹੇ ਥਿਊਰੀ ਚਾਹੇ ਤੁਸੀਂ ਕੁਐਸਚਨ। ਜੇ ਤੁਸੀਂ ਕੁਐਸਚਨ ਆਪਣੇ ਆਪ ਕਰ ਰਹੇ ਹੋ ਤੁਹਾਨੂੰ ਉਨਾ ਫਾਇਦਾ ਨਹੀਂ ਹੋਣਾ ਜਿੰਨਾ ਮੈਂ ਕਰਵਾ ਰਿਹਾ, ਕਿਉਂਕਿ ਤੁਹਾਨੂੰ ਬਹੁਤ ਚੀਜ਼ਾਂ ਦੱਸਣੀਆਂ ਪੈਂਦੀਆਂ, ਸਾਰੀਆਂ ਆਪਸ਼ਨਾਂ ਬਾਰੇ ਪਤਾ ਹੋਣਾ ਚਾਹੀਦਾ, ਤਾਂ ਤੁਸੀਂ ਆਪਸ਼ਨਾਂ ਐਲੀਮੀਨੇਟ ਕਰ ਸਕਦੇ ਹੋ। ਜੇ ਤੁਹਾਡੇ ਕਨਸੈਪਟ ਕਲੀਅਰ ਨੇ ਤਾਂ ਆਪਣਾ ਇੱਕ ਹਾਈ ਲੈਵਲ ਦਾ ਬੈਚ ਚੱਲ ਰਿਹਾ, ਓਨਲੀ ਐਮਸੀਕਿਊ ਦਾ ਬੈਚ ਹੈ, ਤੁਸੀਂ ਇਹ ਲੈ ਸਕਦੇ ਹੋ। ਪਰ ਜੇ ਕੋਈ ਬੱਚਾ ਚਾਹੁੰਦਾ ਮੈਂ ਥਿਊਰੀ ਵੀ ਦੁਬਾਰਾ ਕਰਨੀ ਹੈ ਰਾਜੇ, ਇੱਕ ਬੈਚ ਚੱਲ ਰਿਹਾ ਬਹੁਤ ਵਧੀਆ, ਜੇ ਤਾਂ ਤੁਹਾਨੂੰ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਨਹੀਂ ਹੈਗੀ ਭਾਈ ਉਹ ਲੈ ਲਿਓ, ਸਭ ਤੋਂ ਬੈਸਟ ਹੈ। ਥਿਊਰੀ ਵੀ ਉਹਦੇ ਵਿੱਚ, ਐਮਸੀਕਿਊ ਵੀ ਹੈਗੇ ਆ, ਪਲੱਸ ਟੈਸਟ ਵੀ ਹੈਗੇ ਉਹਦੇ ਵਿੱਚ, ਬਾਈਲੈਂਗੁਅਲ ਨੇ। ਉਹ ਹੈਗਾ ਜੀ ਮਾਸਟਰ ਬੈਚ, ਕੰਪਿਊਟਰ ਮਾਸਟਰ ਬੈਚ ਹੈ ਜੀ, ਉਹ ਹੈਗਾ 1200 ਦਾ, ਉਹ ਤੁਸੀਂ ਲੈ ਸਕਦੇ ਹੋ। ਬਟ ਜੇ ਤੁਸੀਂ ਕਹਿੰਦੇ ਬਈ ਨਹੀਂ ਅਸੀਂ ਥਿਊਰੀ ਬਹੁਤ ਚੰਗੀ ਤਰ੍ਹਾਂ ਕਰ ਲਈ ਹੈ, ਫਿਰ ਇੱਥੇ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਹੈਗੀ, ਪਰ ਚੁੱਪ ਕਰਕੇ ਆਹ ਬੈਚ ਲੈ ਲਿਓ। ਠੀਕ ਹੈ ਜੀ, ਇਹ ਤੁਹਾਨੂੰ ਬੈਚ ਦੀ ਜਾਣਕਾਰੀ ਮੈਂ ਦੇਤੀ ਹੈ, ਕਿਉਂਕਿ ਬਹੁਤ ਬੱਚੇ ਮੈਸੇਜ ਕਰਦੇ ਨੇ। ਤਾਂ ਬਾਕੀ ਦੇਖੋ ਜੀ, ਜੇ ਨਹੀਂ ਪੈਸੇ ਖਰਚਣੇ ਤਾਂ YouTube ਤੇ ਵੀ ਸਭ ਕੁਝ ਕਰਵਾਇਆ ਹੋਇਆ, ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਾਕੀ ਤੁਹਾਡਾ ਕੰਮ ਕੀ ਹੈ, YouTube ਤੇ ਵੀ ਆਪਾਂ ਮਿਹਨਤ ਕਰ ਰਹੇ ਹਾਂ, ਤਾਂ ਧੰਨਵਾਦ ਤੁਹਾਡੇ ਸਾਰਿਆਂ ਦਾ, ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ। ਬਟ ਤੁਸੀਂ ਕੰਮ ਜ਼ਰੂਰ ਕਰਨਾ, ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰਨਾਂ ਤੋਂ ਕਰਵਾਇਓ, ਲਾਈਕ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ, ਜੇ ਨਹੀਂ ਲੱਗੀ ਤਾਂ ਡਿਸਲਾਈਕ ਵੀ ਚੱਲਦਾ, ਕੋਈ ਚੱਕਰ ਨਹੀਂ ਹੈਗਾ। ਸ਼ੇਅਰ ਕਰ ਦਿਓ ਤਾਂ ਜੋ ਸਭ ਦਾ ਭਲਾ ਹੋ ਸਕੇ, ਤੇ ਕਮੈਂਟ ਜ਼ਰੂਰ ਕਰਨਾ ਜੋ ਮੈਂ ਕੁਐਸਚਨ ਪੁੱਛੇ ਨੇ। ਤਾਂ ਸ਼ੁਕਰੀਆ ਜੀ, ਆਪਾਂ ਜਲਦੀ ਲੈ ਕੇ ਆਵਾਂਗੇ ਨੈਕਸਟ ਵੀਡੀਓ, ਡੇਲੀ ਵੀਡੀਓ ਆਇਆ ਕਰੂਗੀ। ਬਾਕੀ ਪੰਜਾਬ ਜੀਕੇ ਦੀ ਬਹੁਤ ਬੱਚੇ ਕਹਿ ਰਹੇ ਸੀ ਅੱਜ ਪੰਜਾਬ ਜੀਕੇ ਦਾ ਕੰਟੈਂਟ ਮੈਂ ਲਿਖਣ ਦਾ ਟਾਈਮ ਨਹੀਂ ਮਿਲ ਰਿਹਾ, ਬਟ ਅੱਜ ਰਾਤ ਨੂੰ ਮੈਂ ਬੈਠ ਕੇ ਲਿਖਾਂਗਾ, ਤਾਂ ਕੱਲ ਵੀਡੀਓ ਤੁਹਾਨੂੰ ਮਿਲ ਜੂਗੀ। ਉਹਦੇ ਵਿੱਚ ਜੋ ਰਹਿੰਦੀ ਹੈ ਪੰਜਾਬ ਜੀਕੇ ਆਪਾਂ ਕਵਰ ਕਰਾ ਦਾਂਗੇ, ਪੰਜਾਬੀ ਆਲਰੇਡੀ ਕਵਰ ਕਰਾ ਚੁੱਕੇ ਹਾਂ, ਪੰਜਾਬੀ ਦੇ ਇੱਕ ਦੋ ਵੀਡੀਓ ਪਾਵਾਂਗੇ ਜਿਹਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਡਾਊਟ ਹੁੰਦੇ ਆ, ਜਾਂ ਉਹ ਮਿਸਲੇਨੀਅਸ ਆਪਾਂ ਵੀਡੀਓ ਪਾਵਾਂਗੇ ਇੱਕ ਜਾਂ ਦੋ। ਠੀਕ ਹੈ, ਤਾਂ ਸ਼ੁਕਰੀਆ ਜੀ। 3 ਸਬਜੈਕਟ ਤੁਸੀਂ ਆਰਾਮ ਨਾਲ ਕਵਰ ਕਰ ਸਕਦੇ ਹੋ, ਪੰਜਾਬ ਜੀਕੇ, ਪੰਜਾਬੀ ਗ੍ਰਾਮਰ, ਇਹਦੇ ਐਮਸੀਕਿਊ ਵੀ ਲੈ ਸਕਦੇ ਹੋ, ਡਾਇਰੈਕਟ ਐਮਸੀਕਿਊ ਵੀ ਪੜ੍ਹ ਸਕਦੇ ਹੋ ਛੋਟੇ ਪੇਪਰਾਂ ਵਾਸਤੇ। ਤੇ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।